तुहाडा स्वागत है। नज़र मारते हैं अज दीआं खास खबरां ते। गुरदासपुर के गीता भवन रोड का रहने वाला राजवीर सिंह उस समय अग की लपेट विच आ गया जदों वो गैस भट्ठी ते काम कर रहा सी ते वो अग लगन नाल 70 तो 80% तक झुलस गया। परिवार ने पीड़ित नूं हस्पताल दाखिल करवा दिता है, जिथे डॉक्टर ने कहा है कि इसकी हालत नूं देख के अगे रैफर कर दिता जाएगा। सतनाम अपना हाँ जी, ਤੁਹਾਡਾ ਨਾਮ सतनाम सिंह सर। ਤੇ ਇਹਨਾਂ ਦਾ ਕੀ ਨਾਮ ਜੀ? रणबीर सिंह ਤੁਹਾਡੇ ਕੀ ਲੱਗਦੇ? फादर साहब। ਕੀ ਗੱਲ ਹੋਈ ਹੈ? ਇਹਨਾਂ ਦੇ मतलब कि ਭੱਠੀ ਦੇ ਨਾਲ ਨਾ ਇਹ ਕੰਮ ਕਰਦੇ ਪਏ ਸੀ, मतलब कि ਚੈੱਕ ਕਰਦੇ ਪਏ ਸੀ ਭੱਠੀ ਨੂੰ ਤੇ ਭਵਾਕਾ ਪੈ ਗਿਆ ਤੇ ਉਹਦੇ ਨਾਲ मतलब कि ਇਹ ਦੁਰਘਟਨਾ ਵਾਪਰ ਗਈ। ਤੇ ਆਪਾਂ ਥੋੜੇ मतलब कि ਘਰ ਦੇ ਸਾਡੇ ਛੱਤ ਤੇ ਸੀ, ਜਿੱਦਾਂ ਕਿ ਇਹਨਾਂ ਨੂੰ ਪਤਾ ਨਹੀਂ ਲੱਗਾ, ਇਹਨਾਂ ਨੇ ਸਮਝਿਆ ਕਿ ਮੈਨੂੰ ਲੱਗੀ ਆ ਤੇ ਜਦੋਂ ਨੀਚੇ ਆਏ ਤੇ ਇਹਨਾਂ ਨੂੰ ਲੱਗੀ ਦੀ ਸੀ ਤੇ ਮੈਂ ਥੋੜਾ ਬਾਹਰ ਸੀ ਕਿ ਮੈਨੂੰ ਮਿੰਟੋ ਮਿੰਟ ਥੋੜਾ ਜਿਹਾ ਪਤਾ ਲੱਗ ਗਿਆ 2-4 ਮਿੰਟ ਦੀ। ਤੇ ਬਾਅਦ 'ਚ ਫਿਰ ਮੈਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਸਿਵਲ ਹਸਪੀਟਲ ਪਹੁੰਚਾਇਆ ਇਹਨਾਂ ਨੂੰ ਐਂਬੂਲੈਂਸ ਦੇ ਜ਼ਰੀਏ। ਕਿੱਥੋਂ ਦੇ ਰਹਿਣ ਵਾਲੇ? ਗੀਤਾ ਭਵਨ ਰੋਡ ਗੁਰਦਾਸਪੁਰ। हाँ जी, ये ना भट्ठी नूं लगे दे ही, भट्ठी ठीक करा के लियांदी ते भट्ठी नूं चैक करन डे ही तो भट्ठी ना इन्हां नूं अग लग गई आ, किते भंबापा भूका वज्जा कोई ते हाले तो पता नहीं। असीं ते कोठे ते बैठे सीगे ते हाले तो धुआं उत्ते गया ते असीं थल्ले छेती आए आ भी हुण मुंडे नूं अग लग गई आ ते बाद च वेख्या ते इन्हां नूं अग बलण डई इन्हां दे शरीर ते बाद च फिर पानी पूनी मिट्ठू ने पाया ते फिर बुझी अग। ਇੱਥੇ ਕੌਣ ਲੈ ਕੇ ਆਇਆ? असीं लैके आए हैं मां पुत्त ते आ मेरा भतीजा। ਕੰਮ ਕੀ ਕਰਦੇ? ਇਹ ਅਸੀਂ ਕੰਮ ਟਿਫਨਾਂ ਦਾ ਕਰਦੇ। ਅੱਜ ਪੂਰਾ ਵਿਸ਼ਵ ਕੌਮਾਂਤਰੀ ਔਰਤ ਦਿਵਸ ਮਨਾ ਰਿਹਾ ਹੈ। ਅਜਿਹੇ ਵਿੱਚ ਇਹਨਾਂ ਔਰਤਾਂ ਨੂੰ ਯਾਦ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਆਪਣੀ ਬਹਾਦਰੀ ਤੇ ਸਾਹਸ ਸਦਕਾ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਇਆ ਅਤੇ ਅੱਜ ਦੇ ਸਮੇਂ ਵਿੱਚ ਵੀ ਆਪਣੇ ਕੰਮਕਾਜ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਲਈ ਸਮਾਜਿਕ ਕੰਮਾਂ ਵਿੱਚ ਸਹਿਯੋਗ ਦੇ ਰਹੀਆਂ ਹਨ। ਐਸੀ ਇੱਕ ਮਹਿਲਾ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਨਾਮ ਹੈ ਸਰਬਜੀਤ ਕੌਰ। 2011 ਵਿੱਚ ਪੰਜਾਬ ਪੁਲਿਸ ਵਿੱਚ ਨੌਕਰੀ ਮਿਲੀ ਜਦੋਂ ਸਰਬਜੀਤ ਕੌਰ ਦਾ ਬੇਟਾ 21 ਦਿਨ ਦਾ ਸੀ। ਪੰਜਾਬ ਸਰਕਾਰ ਦੇ ਸਟੇਟ ਅਵਾਰਡ ਸਮੇਤ कई अवार्ड भी हासिल किए हैं। पति फौज विच है ते सेवा मुक्त होने करके हुण ओह घर विच ही खेती करता है अते सरबजीत कौर एक्साइज विभाग दे नाल लगातार नाजायज शराब बेचण वालियां नूं भी फड़ रही है। सर, मेरा नाम सरबजीत कौर है। मैं पुलिस डिपार्टमेंट दे विच 2011 दे विच भर्ती हुई सीगी ते हुण बटाला विखे पुलिस एक्साइज ऑफिस दे विच मैं जिहड़ी है ओह सेवा निभा रही हाँ। मैनूं अपने ड्यूटी के दौरान कई तरह के संघर्ष करने पे। मेरा बेबी जोड़ा सीगा वो 21 दिन का सीगा जो मैं भर्ती हुई सी ते मैनू बहुत संघर्ष किया मैं ते उस तो बाद 1 साल तो बाद फिर मैं जोड़ा अपनी ट्रेनिंग ते गई ते ट्रेनिंग करन तो बाद 4 साल मैं ड्यूटी जी अमृतसर सिटी दे विच कीती। अमृतसर सिटी तो बाद फिर मैं बटाला पुलिस ऑफिस दे विच जिहड़ी ओह जॉब कर रही हाँ ते हुण मैं एक्साइज दे नाल अटैच हैगी हाँ ਤੇ ਉਹਨਾਂ ਦੇ ਨਾਲ ਹੀ ਆਪਣਾ ਰੇਡ ਵਰਕ ਕਰੀਦਾ ਆ ਸਾਰਾ। ਤੇ ਉਸ ਤੋਂ ਬਾਅਦ ਰੇਡ ਵਰਕ ਕਰਨ ਤੋਂ ਬਾਅਦ ਆਪਣੀ ਜਿਹੜੀ ਡਿਊਟੀ ਆ ਮੇਰੀ ਇਹ ਬਣਦੀ ਆ ਕਿ ਮੈਂ ਸਪੋਰਟਸ ਕਰਨੀ ਹੁੰਦੀ ਆ। ਸਪੋਰਟਸ ਦੇ ਦੌਰਾਨ ਮਤਲਬ ਮੈਂ ਹੁਣ ਤੱਕ ਆਲ ਇੰਡੀਆ ਇੰਟਰਵਰਸਿਟੀ ਗੋਲਡ ਮੈਡਲਿਸਟ ਹਾਂ। ਨੈਸ਼ਨਲ ਦੇ ਵਿੱਚੋਂ ਵੀ ਮੇਰੇ ਮਤਲਬ ਬਹੁਤ ਜ਼ਿਆਦਾ ਮੈਡਲ ਆ ਤੇ ਹੁਣ ਕੱਲ੍ਹ ਹੀ ਹਲੇ ਕੱਲ੍ਹ ਤੇ ਪਰਸੋਂ 2 ਦਿਨ ਮੇਰੀ ਸਟੇਟ ਮੀਟ ਹੋਈ ਆ। ਸਟੇਟ ਮੀਟ ਦੇ ਵਿੱਚੋਂ ਵੀ ਮੇਰੇ 2 ਗੋਲਡ ਤੇ 1 ਸਿਲਵਰ ਮੈਡਲ ਸੀਗਾ। ਮੇਰਾ ਮੇਨ ਇਵੈਂਟ ਜਿਹੜਾ ਆ ਉਹ ਸ਼ਾਟ ਪੁੱਟ ਹੈਗਾ ਆ ਤੇ ਸ਼ਾਟ ਪੁੱਟ ਦੇ ਵਿੱਚ ਮੈਂ ਕਈ ਤਰ੍ਹਾਂ ਦੇ ਰਿਕਾਰਡ ਕੀਤੇ ਆ। ਨੌਜਵਾਨ ਬੱਚਿਆਂ ਨੂੰ ਮੈਂ ਇਹੀ ਸੇਧ ਦੇਵਾਂਗੀ ਕਿ ਮਿਹਨਤ ਕਰੋ, ਸੰਘਰਸ਼ ਕਰੋ। ਸੰਘਰਸ਼ ਕਰਨ ਦੇ ਨਾਲ ਹੀ ਸਫਲਤਾ ਮਿਲਦੀ ਹੈ, ਜਿਵੇਂ ਕਿ ਮੈਂ ਲਈ ਆ। ਮੈਨੂੰ ਵੀ ਸਫਲਤਾ ਇਸੇ ਤਰ੍ਹਾਂ ਹੀ ਮਿਲੀ। ਮੈਂ ਵੀ ਬਹੁਤ ਸੰਘਰਸ਼ ਕੀਤਾ, ਸੰਘਰਸ਼ ਕਰਨ ਤੋਂ ਬਾਅਦ ਹੀ ਮੈਨੂੰ ਸਫਲਤਾ ਮਿਲੀ ਆ। ਤੇ ਹੁਣ ਮੈਂ ਜਿਹੜਾ ਸਪੋਰਟਸ ਦੇ ਨਾਲ ਮੇਰਾ ਕੋਚਿੰਗ ਜਿਹੜੇ ਮੇਰੇ ਹੁਣ ਮੇਰੇ ਕੋਚ ਜਸਪਿੰਦਰ ਸਿੰਘ ਉਹਨਾਂ ਕੋਲੋਂ ਮੈਂ ਆਪਣੀ ਟ੍ਰੇਨਿੰਗ ਲੈ ਰਹੀ ਹਾਂ ਤੇ ਪੋਲੈਂਡ ਦੇ ਵਿੱਚ ਹੋ ਰਹੀਆਂ ਜਿਹੜੀਆਂ ਗੇਮਸ ਵਰਲਡ ਮਾਸਟਰ ਗੇਮ ਨੇ ਉਹਨਾਂ ਦੇ ਵਿੱਚ ਮੈਂ ਹਿੱਸਾ ਲਵਾਂਗੀ ਤੇ ਆਸਟ੍ਰੇਲੀਆ ਦੇ ਵਿੱਚ ਵੀ ਸਾਡੀ ਇੱਕ ਵਰਲਡ ਮਾਸਟਰ ਗੇਮਸ ਹੋਣੀਆਂ ਨੇ, ਉਹਦੇ ਵਿੱਚ ਵੀ ਮੈਂ ਹਿੱਸਾ ਲੈਣਾ। बीते दिन संयुक्त किसान मोर्चे वालों BBMB के मुद्दे ते पंजाब भर के हैडकुआर्टरां ते प्रदर्शन करन संबंधी दित्ती कॉल दे उत्ते अज रूपनगर दे विच वख-वख किसान जथेबंदियां वालों रूपनगर दे विच रोस मार्च करन उपरंत DC दफ्तर रूपनगर के अगे धरना दिता गया। इस मौके वख-वख किसान बुलारियां ने केंद्र सरकार के इस फैसले नूं पंजाब के हक्कां उत्ते डाका दसदे होए कहा है कि
ਇਹ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਹੋਰ ਕੀ ਕੁਝ ਕਿਹਾ, ਲਓ ਤੁਸੀਂ ਵੀ ਸੁਣੋ। ਇਹ ਸਾਨੂੰ ਜੀ ਸੰਯੁਕਤ ਮੋਰਚੇ ਵੱਲੋਂ ਜੋ ਹੁਕਮ ਹੋਇਆ ਤਾਂ ਉਹਦੇ ਤਹਿਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ, ਆਮ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਬੇਲਾ ਚੌਂਕ ਤੋਂ ਚੱਲ ਕੇ ਇਸ ਟਾਈਮ ਇੱਥੇ ਆ ਕੇ ਸਾਡੇ ਜਿਹੜੇ ਸੂਝਵਾਨ ਲੀਡਰ ਸਾਹਿਬਾਨ ਆ ਉਹ ਆਪਣੇ ਵਿਚਾਰ ਸਾਂਝੇ ਕਰ ਰਹੇ ਆ ਜੀ, ਤੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਜੀ। ਕਿਵੇਂ ਦੇਖਦੇ ਹੋ ਕਿਸਾਨੀ ਅੰਦੋਲਨ ਇਕੱਠੇ ਹੋ ਕੇ ਲੜਿਆ ਸੀ, ਪਰ ਹੁਣ ਫੇਰ ਜਿਹੜੇ ਹੈਗੇ ਅਲੱਗ-ਅਲੱਗ ਹੋ ਗਈਆਂ ਜਥੇਬੰਦੀਆਂ, ਆਪਣੇ ਡਬਲੂ ਵਜਾਣ ਲੱਗੇ। ਕੋਈ 22 ਜਥੇਬੰਦੀਆਂ ਪਹਿਲਾਂ ਕਰ ਚੁੱਕੀਆਂ ਤੇ ਅਲੱਗ ਕੁਝ ਜਥੇਬੰਦੀਆਂ ਅੱਜ ਕਰ ਰਹੀਆਂ। ਦੇਖੋ ਜੀ, ਕਿਸਾਨੀ ਮੋਰਚੇ ਤੇ ਤਾਂ ਸਾਰੀਆਂ ਇਕੱਠੀਆਂ ਏ, ਵੱਖ-ਵੱਖ ਜਥੇਬੰਦੀਆਂ 'ਚ ਮਤਭੇਦ ਆਪਸ ਵਿੱਚ ਹੋ ਸਕਦੇ ਆ, ਪਰ ਬੀਬੀਐਮਬੀ ਦੇ ਮੁੱਦੇ ਤੇ ਇਕੱਠੀਆਂ ਕਿਉਂ ਨਹੀਂ ਆ ਜਥੇਬੰਦੀਆਂ? ਨਹੀਂ, ਉਹਨਾਂ ਨੇ ਚਲੋ ਉਸ ਤਰੀਕੇ ਦੇ ਨਾਲ ਆਪਣਾ ਪ੍ਰੋਜੈਕਟ ਤਾਂ ਕਰਿਆ ਹੈਗਾ ਜੀ, ਇਹਦੇ ਬਾਰੇ ਵੀ ਉਹੀ ਮੁਤਾਬਕ ਅਸੀਂ ਵੀ ਕਰ ਰਹੇ ਹਾਂ ਜੀ। ਟੈਸਟ ਤਾਂ 70 ਸਾਲਾਂ ਤੋਂ ਕਰਦੇ ਆ ਰਹੇ, ਅਲੱਗ-ਅਲੱਗ ਕੋਈ ਸਫਲਤਾ ਨਹੀਂ ਮਿਲਦੀ ਜਦ ਤੱਕ ਇਕੱਠੇ ਨਹੀਂ ਹੁੰਦੇ। ਦੇਖੋ ਜੀ, ਹੁਣ ਤਾਂ ਜਿਹੜਾ ਹੈਗਾ ਇਹ ਇਸ ਟਾਈਮ ਪਿਛਲੇ ਟਾਈਮ ਨਾਲ ਤੋਂ ਬਹੁਤ ਫਰਕ ਪੈ ਗਿਆ ਜੀ। ਵੀ ਜੇ ਏਕਤਾ ਨਹੀਂ ਤਾਂ ਜਿੱਤ ਨਹੀਂ ਹੋਣੀ। ਇਹ ਤਾਂ ਹੈਗਾ ਹੀ ਆ ਜੀ, ਫਿਰ ਇੱਕੇ ਵਿੱਚੇ ਮਰਕਤ ਹੁੰਦੀ ਆ ਜੀ, ਸਿਆਣਿਆਂ ਨੇ ਤੱਤ ਕੱਢੇ ਹੋਏ ਆ ਜੀ। ਇਹ ਤਾਂ ਅਸੀਂ ਤਾਂ ਸੂਝਵਾਨ ਲੀਡਰਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਆਪਸੀ ਮਤਭੇਦ ਭੁਲਾ ਕੇ ਤੁਸੀਂ ਕਿਸਾਨ ਮੋਰਚੇ ਦੇ ਬਿਲਕੁਲ ਇਕੱਠੇ ਹੋਣਾ ਚਾਹੀਦਾ ਹੈ, ਤਾਂ ਕਿ ਮਨ ਤਨ ਦੇ ਨਾਲ ਅਸੀਂ ਫਿਰ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਮਨਾ ਸਕਦੇ ਹਾਂ। ਕਿਵੇਂ ਦੇਖਦੇ ਜਿਹੜੇ ਲੀਡਰ ਆਪਸ ਦੇ ਵਿੱਚ ਇੱਕ ਨਹੀਂ ਹੈਗੇ, ਫਿਰ ਲੋਕਾਂ ਨੂੰ ਕਿਵੇਂ ਇਕੱਠਾ ਕਰੂਗੇ ਇਸ ਅੰਦੋਲਨ ਦੇ ਵਿੱਚ? ਫਿਰ ਦੇਖੋ ਜੀ, ਇਹ ਤਾਂ ਹੁਣ ਸੱਤ ਬਿਹਤਰ ਤਾਂ ਉਹ ਲੀਡਰ ਦੱਸ ਸਕਦੇ ਹੈਗੇ ਆ ਜੀ, ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜੀ। ਅੱਜ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅਸੀਂ ਰੋਸ ਮਾਰਚ ਕਰ ਰਹੇ ਹਾਂ ਤੇ ਧਰਨਾ ਦੇ ਰਹੇ ਹਾਂ। ਕਾਰਨ ਇਹ ਆ ਵੀ ਜਿਹੜਾ ਕੇਂਦਰ ਸਰਕਾਰ ਲਗਾਤਾਰ ਕੇਂਦਰੀਕਰਨ ਦੀ ਨੀਤੀ ਤਹਿਤ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਆ। ਹੁਣ BBMB ਦੇ ਜਿਹੜਾ ਬੋਰਡ ਆ ਉਹਦੇ ਵਿੱਚ ਜਿਹੜਾ ਪੰਜਾਬ ਦੀ ਨੁਮਾਇੰਦਗੀ ਆ ਉਹ ਖਤਮ ਕੀਤੀ ਜਾ ਰਹੀ ਆ। ਇਹਦੇ ਖਿਲਾਫ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਹੋਰ ਜਥੇਬੰਦੀਆਂ ਨੇ, ਉਹ ਰਲ ਕੇ ਸੰਘਰਸ਼ ਕਰ ਰਹੀਆਂ ਨੇ। ਅਸੀਂ ਇੱਕ ਪਲੇਟਫਾਰਮ ਤੇ ਜਿਵੇਂ ਸੰਯੁਕਤ ਕਿਸਾਨ ਮੋਰਚਾ ਬਣਿਆ, ਉਹ ਮੰਗ ਕਰਦੇ ਆ ਵੀ ਸਾਰੇ ਜਥੇਬੰਦੀਆਂ ਇਕੱਠੇ ਹੋ ਕੇ ਜਿਹੜਾ ਇਹ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਇਹਦੇ ਖਿਲਾਫ ਆਵਾਜ਼ ਉਠਾਈਏ ਤੇ ਪੰਜਾਬ ਦੇ ਹੱਕਾਂ ਦੇ ਲਈ ਲੜੀਏ। ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸੈਂਕੜੇ ਗਰੀਬ ਦਿਹਾੜੀਦਾਰ ਅਤੇ ਆਮ ਵਰਗ ਦੇ ਲੋਕੀ ਕਈ ਸਾਲਾਂ ਤੋਂ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਪਾਈ ਜੋੜ ਕੇ ਰੂਪਨਗਰ ਡਾਕਘਰ ਦੀ ਇੱਕ ਮਹਿਲਾ ਏਜੰਟ ਦੇ ਕੋਲ ਜਮ੍ਹਾਂ ਕਰਵਾਉਂਦੇ ਆ ਰਹੇ ਸਨ। ਪਰੰਤੂ ਜਦੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ ਪਤਾ ਚੱਲਿਆ ਕਿ ਡਾਕਘਰ ਦੇ ਵਿੱਚ ਉਹਨਾਂ ਦੇ ਪੈਸੇ ਜਮ੍ਹਾਂ ਨਹੀਂ ਹੋ ਰਹੇ ਤਾਂ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਸੈਂਕੜੇ ਦੀ ਗਿਣਤੀ ਵਿੱਚ ਲੋਕੀ ਡਾਕਘਰ ਵਿੱਚ ਇਕੱਠੇ ਹੋ ਗਏ। ਪਰੰਤੂ ਡਾਕਘਰ ਦੇ ਮੁਲਾਜ਼ਮਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਡਾਕਘਰ ਦੇ ਰਿਕਾਰਡ ਵਿੱਚ ਰਕਮ ਜਮ੍ਹਾਂ ਹੈ ਉਹੀ ਲੋਕਾਂ ਨੂੰ ਮਿਲੇਗੀ। ਜੋ ਪੈਸੇ ਲੋਕਾਂ ਨੇ ਏਜੰਟ ਦੇ ਕੋਲ ਜਮ੍ਹਾਂ ਕਰਵਾਏ ਹਨ ਉਸ ਦੀ ਜ਼ਿੰਮੇਵਾਰੀ डाकघर दी नहीं होगी। सर मेरा 1.5 लाख रुपये निकलता, 3,000 के महीना जाता रहा। एक 2,000 वाले कापी है, एक 1,000 के कापी रहा। 2017 में खुली है, एक एंट्री हुआ है इस पर 1,000 रुपया। बाकी 5 साल पूरा इसके अप्रैल में होने वाला है। तो आपने बात की उनसे जाके? उनसे बात भी कि मैं लड़के की शादी करी, उसमें भी जाके बोली मैं कि आंटी मेरा के थोड़ा 50,000 रुपये उसमें से कटवा दो। मेरे को बोली बेटे तेरे पैसा ब्याज खत्म हो जाएगा, कोई बात ना, 2-3 महीना रह गया उसमें कढ़ा लेना। फिर मेरे के दी नहीं। फिर मैं 26 तारीख के 6,000 रुपया दे के आई हूँ। ब्याज भी लेती रही मेरे से वो कि 10 दिन कहीं ऊपर चल जाएगा तो बोली कि ब्याज लेता है खाने वाले हमारे से, तो ब्याज जोड़ के 10 रुपये 20 रुपये ले लेती रही। अच्छा, जब हम खाते में पैसे जमा करवाते हैं, कढ़ाते हैं, तो SMS आता फोन पे, तो हाँ जी, आपने चेक नहीं किया? भी हमारे कोई मैसेज ही नहीं आया। हमने फोन नंबर दी हूँ, आधार कार्ड दी हूँ, कोई मैसेज नहीं आता। बाद आपने क्यों जाके डाकखाने क्यों जाके पूछा नहीं कभी भी? सर उन्हें हमने 20 साल से उनसे जुड़ी हूँ। 2 ID हम 5-5 साल के चक चुकी हूँ। वो पैसा हमारे के काट के खुद लिया के दी है, हमारे से साइन करा के ले जाती रही। ये बोली हमारे के ये बोलती रही कि बेटे तू डखाना में जाओगे तेरा टाइम वेस्ट होगा, तुम्हें विश्वास है तो इस पर साइन कर दो। हमारे के 2 ID काट के ब्याज जोड़ के दे के गई है हमारे घर में। 2 ID के इतनी सर का मैं कराई हूँ 3,000 के, एक 2,000 का, उसका कापी नहीं मिल रहा है। 1,000 के है, उसके 2017 के 1,000 रुपये इस पर जमा है। 56,000 उसकी लड़की बना के दी है। बाकी लड़की फ़ोन नंबर भी दी है, आंटी के भी फ़ोन नंबर मेरे पास है, सब कुछ है। आंटी से 26 तारीख के बात भी करी मैं कि आंटी लड़की मेरी गई है, आप ऊपर दे दो, फोटो कॉपी करके ले आएगी, आप नहीं दोगे कापी। क्या लगता है आपके साथ क्या हो गया ये? फिर हमारे साथ वही हुआ कि कोई कापी में जमा नहीं है, कापी मिल न रही है। वो पैसा तो पकड़ता रहे उनके हस्बैंड, दिलीप कुमार पकड़ते रहे, तो कोई नहीं पकड़ता रहे मेरे पैसा। लवप्रीत कौर। ਤੁਹਾਡਾ ਕੀ ਮਸਲਾ ਹੈਗਾ ਜੀ? ਸਰ ਮੇਰੀ ਨਾ ਮਦਰ ਇਨ ਲੋ ਦੀ ਕਾਪੀਜ਼ ਹੈ 2। ਇਹ 2016 ਚ ਖੁੱਲੀ ਸੀਗੀ, ਇਹ 2018 ਚ। ਤੇ ਉਹਨਾਂ ਵਿੱਚ ਦੋਨਾਂ ਚ ਜਿਹੜੀ 2016 ਹੈ ਉਹ ਚ ਸਿਰਫ 10,000 ਹੀ ਉਹਨਾਂ ਨੇ ਜਮ੍ਹਾਂ ਕਰਾਏ ਹੋਏ ਆ, ਤੇ ਜੋ 2018 ਦੀ ਉਹ ਚ ਸਿਰਫ 9,000 ਹੈ। ਬਾਕੀ ਉਹਨਾਂ ਨੇ ਪੈਸੇ ਡਿਪੋਜ਼ਿਟ ਨਹੀਂ ਕਰਵਾਏ। ਤੁਸੀਂ ਅਸਲ ਚ ਕਿੰਨੇ ਪੈਸੇ ਜਮ੍ਹਾਂ ਕਰਾਏ ਆ ਟੋਟਲ? ਸਰ ਅਗਰ ਆਪਾਂ ਜੇ ਦੇਖਿਆ ਜਾਵੇ ਤਾਂ 75,000 ਇੱਕ ਵਿੱਚ ਹੈ, 60,000 ਇੱਕ ਚ ਗਏ ਹੋਏ ਆ ਆਪਾਂ। ਜਿਹੜੀ 2016 ਵਾਲੀ ਹੈ ਤੇ ਵਿਆਜ ਸਮੇਤ ਉਹਦੇ 75,000 ਬਣਦੇ ਆ, ਠੀਕ ਹੈ ਜੀ। ਤੇ ਦੂਸਰੀ ਕਾਪੀ ਜਿਹੜੀ ਉਹ ਚ ਆਪਣਾ 47,000 ਬਣਦੇ ਆ, ਜਿਸ ਚੋਂ ਮਤਲਬ ਕਿ 9,000 ਜਮ੍ਹਾਂ ਆਪਣੇ 37,000 ਰਹਿ ਗਏ।
ਇੰਨੇ ਸਾਲਾਂ ਵਿੱਚ ਕਦੀ ਤੁਸੀਂ ਡਾਕਖਾਨੇ ਨਹੀਂ ਗਏ, ਜਾ ਕੇ ਚੈੱਕ ਨਹੀਂ ਕੀਤਾ? ਸਰ ਕਿਉਂਕਿ ਡਾਕਖਾਨੇ ਵਾਲੇ ਜਿਹੜੇ ਉਹ ਏਜੰਟਾਂ ਦੇ ਥਰੂ ਹੀ ਕਾਪੀਜ਼ ਜਿਹੜੀਆਂ ਲੋਕਾਂ ਦੀ ਖਲਵਾਉਂਦੇ ਆ, ਉਹਨਾਂ ਦੀ ਆਈਡੀ ਭਰੀ ਜਾਂਦੀ ਹੈ ਤੇ ਸਾਰਾ ਕੁਝ ਉਹ ਜੋ ਵੀ ਕਰਦੇ ਆ ਉਹਨਾਂ ਨਾਲ ਹੀ ਵਾਰਤਾਲਾਪ ਕਰਦੇ ਆ। ਸਾਡੇ ਨੂੰ ਕੋਈ ਪੁੱਛ-ਗਿੱਛ ਨਹੀਂ ਹੁੰਦੀ, ਮਤਲਬ ਕਿ ਈਵਨ ਕਿ ਆਪਾਂ ਅਗਰ ਪੈਸੇ ਖੁਦ ਵੀ ਜਮ੍ਹਾਂ ਕਰਾਉਣ ਚਾਹੀਏ ਤਾਂ ਉਹ ਨਹੀਂ ਕਰਦੇ ਜਮ੍ਹਾਂ, ਕਹਿੰਦੇ ਆਪਣੇ ਏਜੰਟ ਦੇ ਥਰੂ ਜਮ੍ਹਾਂ ਕਰਵਾਓ। ਇਹ ਸਾਰਾ ਜਿਹੜਾ ਕੰਮ ਹੈ ਡਾਕਖਾਨੇ ਥਰੂ ਚੱਲ ਰਿਹਾ ਜੀ। ਅਸੀਂ ਮੰਗ ਕਰਦੇ ਵੀ ਜਿਹੜਾ ਏਜੰਟ ਵਾਲਾ ਕੰਮ ਹੈ ਇਹ ਵੀ ਬੰਦ ਕੀਤਾ ਜਾਵੇ, ਕਿਉਂਕਿ ਡਾਕਖਾਨੇ ਵਾਲੇ ਡਾਇਰੈਕਟ ਇਹੀ ਕਹਿੰਦੇ ਆ ਕਿ ਏਜੰਟ ਦੇ ਥਰੂ ਆਪਣੇ ਤੁਸੀਂ ਕਾਪੀਆਂ ਖੁਲਵਾਓ, ਉਹਦੇ ਥਰੂ ਹੀ ਤੁਸੀਂ ਪੈਸੇ ਜਮ੍ਹਾਂ ਕਰਵਾਓ। ਨਹੀਂ ਜਿੱਦਾਂ ਫਾਜ਼ਿਲਕਾ ਦੀ ਮੰਡੀ ਲਾਦੂਕਾ 'ਚ ਕਬਾੜ ਦਾ ਕੰਮ ਕਰਦੇ ਇੱਕ ਵਿਅਕਤੀ ਦੀ ਪੁਲਿਸ ਹਿਰਾਸਤ ਦੌਰਾਨ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਮੰਡੀ ਲਾਦੂਕਾ 'ਚ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਜਾਮ ਲਗਾਇਆ ਗਿਆ। ਮ੍ਰਿਤਕ ਕੇਵਲ ਕ੍ਰਿਸ਼ਨ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਕੀਤੇ ਗਏ ਤਸ਼ੱਦਦ ਕਾਰਨ ਹੀ ਉਸ ਦੀ ਮੌਤ ਹੋਈ ਹੈ। ਅਸੀਂ ਸੁਣ ਰਹੇ ਇਹਨਾਂ ਨੂੰ ਜੋ ਸਾਨੂੰ ਇਹ ਬਿਆਨ ਦਿੰਦੇ ਆ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਅਸੀਂ ਉਹ ਕਰਾਂਗੇ, ਠੀਕ ਹੈ। ਪੋਸਟਮਾਰਟਮ ਰਿਪੋਰਟ 'ਚ ਵੀ ਜੋ ਹੁੰਦਾ ਉਹਦੇ ਮੁਤਾਬਕ ਸਟੇਟਮੈਂਟ ਤਾਂ ਇਹਨਾਂ ਨੇ ਅਜੇ ਤੱਕ ਨਹੀਂ ਸਾਨੂੰ ਦਿੱਤੀ, ਹੁਣ ਦਿੰਦੇ ਆ ਜਿਹੜਾ ਹੈਗਾ ਕਾਰਵਾਈ ਕਰ ਦੇਣੀ ਹੈਗੀ। ਸਟੇਟਮੈਂਟ ਤਾਂ ਇਹਨਾਂ ਨੇ ਦੇਣੀ ਨਾ, ਉਹ ਤਾਂ ਇਦਾਂ ਨਾ ਵੀ ਦਿੰਦੇ ਨਹੀਂ ਸਟੇਟਮੈਂਟ, ਉਹਨਾਂ ਚਿਰ ਵੀ ਤਾਂ ਕਰਨੀ ਕਰਨੀ ਸੀ, ਠੀਕ ਹੈ ਨਾ। ਹੁਣ ਜੋ ਵੀ ਹੋਏਗਾ ਵਾਧਾ ਜੁਰਮ ਜੋ ਵੀ ਹੋਵੇਗਾ ਉਹ ਸਾਨੂੰ ਪੋਸਟਮਾਰਟਮ ਰਿਪੋਰਟ ਕਹੇਗੀ, ਜੋ ਇਹਨਾਂ ਦੇ ਬਿਆਨ ਕਹਿੰਦੇ ਆ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰ ਰਹੇ ਹਾਂ। ਸਾਡੀ ਤਾਂ ਮੰਗ ਇਹ ਹੈਗੀ ਜਿੱਥੇ ਸਾਨੂੰ ਟੌਰਚਰ ਕੀਤਾ ਗਿਆ ਉੱਥੇ ਸੀ ਸਟਾਫ ਵਿੱਚ ਜਿਹੜੇ ਅਫਸਰ ਹੈਗੇ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਬੰਦੀ ਕਾਰਵਾਈ ਕੀਤੀ ਜਾਵੇ। ਤੇ ਇੱਕ ਤਾਂ ਨਦੀਪ ਭੱਟੀ ਹੈਗੇ ਜੀ ਸੀ ਸਟਾਫ ਦੇ, ਇੱਕ ਡੀਐਸਪੀ ਖੁਦ ਹੈਗੇ ਸੀ ਜੋਰਾ ਸਿੰਘ ਜੀ, ਤੇ ਇੱਕ ਐਸਐਚਓ ਹੈਗੇ ਸਦਰ ਵਾਲੇ ਜੀ। ਹਾਂਜੀ ਬਿਲਕੁਲ ਇਹਨਾਂ ਵੱਲੋਂ ਮਾਰਕੁੱਟ ਕਰਕੇ ਕਰੰਟ ਲਗਾਇਆ ਗਿਆ ਜਾਂ ਕੁਝ ਵੀ ਲਗਾਇਆ ਗਿਆ ਤੇ ਜਾਨੋਂ ਮਾਰ ਦਿੱਤਾ ਗਿਆ। ਆਤਮ ਹੱਤਿਆ ਕਰਾਈ ਗਈ, ਇਹਨਾਂ ਮਾਰਿਆ ਗਿਆ ਜੀ। ਡੈਡ ਬੋਡੀ ਨਹੀਂ ਵਿਖਾਈ ਗਈ, ਕੋਈ ਡੈਡ ਬੋਡੀ ਨਹੀਂ ਵਿਖਾਈ, ਸਾਨੂੰ ਡੈਡ ਬੋਡੀ ਮਿਲੀ ਵੀ ਨਹੀਂ, ਨਾ ਹੀ ਵੇਖਣ ਦੇ ਰਿਹਾ ਜੀ ਕਿਤੇ ਵੀ ਡੈਡ ਬੋਡੀ। 24-25 ਘੰਟੇ ਹੋ ਗਏ ਜੀ, ਅਜੇ ਤੱਕ ਕੋਈ ਨਹੀਂ ਜੀ ਉਹਨਾਂ ਦੇ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਪੱਤੀਵਾੜਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਵੱਲੋਂ ਪਿੰਡ ਦੇ ਨਜ਼ਦੀਕ ਖੇਤਾਂ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਦੇਖੀ ਗਈ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਜਦੋਂ ਛਾਣਬੀਣ ਕੀਤੀ ਗਈ ਤਾਂ ਪਤਾ ਚੱਲਿਆ ਕਿ ਮੰਗਾ ਨਾਮਕ ਮ੍ਰਿਤਕ ਨੌਜਵਾਨ, ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ, ਪਿੰਡ ਗੁੰਨੇਪੁਰ ਦਾ ਰਹਿਣ ਵਾਲਾ ਸੀ ਅਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਅੱਜ ਕਰੀਬ ਸਵੇਰੇ 7:45 ਵਜੇ ਦੇ ਲਾਗੇ ਸਾਨੂੰ ਇੰਟੀਮੇਸ਼ਨ ਮਿਲੀ ਸੀ ਕਿ ਕੋਈ ਡੈਡ ਬਾਡੀ ਜਿਹੜੀ ਹੈ ਪੱਤੀਵਾੜਾ ਘਮਾਣ ਯੂਰੀਡੈਕਸ਼ਨ ਥਾਣੇ ਘਮਾਣ ਦੀ ਉੱਥੇ ਕੱਚੇ ਰਸਤੇ ਦੇ ਉੱਤੇ ਪਈ ਹੈ, ਤੇ ਇਤਲਾਹ ਦੇ ਮੁਤਾਬਕ ਅਸੀਂ ਉੱਥੇ ਪਹੁੰਚੇ ਹਾਂ। ਉਹ ਜਿਹੜੀ ਡੈਡ ਬਾਡੀ ਹੈ ਉਹ ਮੰਗਾ ਸਿੰਘ ਪੁੱਤਰ ਕੌਲਾ ਸਿੰਘ ਵਾਸੀ ਗੁੰਨੋਪੁਰ ਦੀ ਉਹਦੇ ਵਜੋਂ ਦੀ ਸ਼ਨਾਖਤ ਹੋਈ ਹੈ। ਉਹਦੇ ਵਾਰਸ ਜਿਹੜੇ ਨੇ ਉਹ ਵੀ ਆ ਗਏ ਨੇ। ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਅਮਲ ਚ ਲਿਆਂਦੀ। ਸਰ ਇਹ ਮਰਡਰ ਕੀਤਾ ਲੱਗਦਾ ਕਿ ਜਾਂ ਕੋਈ ਕਿੰਜ ਲੱਗ ਰਿਹਾ ਤੁਹਾਨੂੰ ਇਹ ਜਿਹੜੀ ਅਜੇ ਇਸ ਸੰਬੰਧੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ, ਡੰਗਾਈ ਨਾਲ ਜਿਹੜੀ ਤਫਤੀਸ਼ ਇਹਦੀ ਜਾਰੀ ਹੈ। ਸਰ ਕੁਝ ਜਿਹੜੇ ਇੱਥੇ ਜਿਹੜੇ ਲਾਗੇ ਰਾਹਗੀਰ ਰਹੀ ਜਾਂ ਕੋਈ ਪਿੰਡ ਵਾਲੇ ਉਹ ਦੱਸਣ ਦੇ ਵੀ ਕਿਸੇ ਨੇ ਇਹ ਵੀ ਦੱਸਿਆ ਕਿ ਕੋਈ ਗੱਡੀ ਆ ਉਹ ਸੁੱਟ ਕੇ ਗਈ ਹੈ ਇਹਨੂੰ ਡੈਡ ਬੋਡੀ ਨੂੰ। ਨਹੀਂ, ਉਸ ਸੰਬੰਧੀ ਅਸੀਂ ਜਾਂਚ ਕਰ ਰਹੇ ਹਾਂ, ਅਜੇ ਪੁਖਤਾ ਸਬੂਤ ਕੋਈ ਸਾਹਮਣੇ ਨਹੀਂ ਆਏ। ਆਉਣ ਦੇ ਉੱਤੇ ਵੀ ਖੁਲਾਸਾ ਕਰਤਾ ਜੀ। ਪਤਾ ਲੱਗਾ ਵੀ ਬਿੱਟੂ ਆ ਘਮਾਣਾ ਦਾ, ਹਾਂਜੀ ਇਹ ਅਸਲ ਮਿਲੀ ਆ। ਹਾਂਜੀ, ਤੇ ਇਹ ਅੱਜ ਜਦੋਂ ਅਸੀਂ ਆਏ ਆ ਸਾਨੂੰ ਫੋਨ ਗਿਆ ਪੁਲਿਸ ਦਾ, ਸਾਨੂੰ ਪੁਲਿਸ ਵਾਲਿਆਂ ਨੇ ਫੋਨ ਕੀਤਾ। ਫਿਰ ਜੀ ਫਿਰ ਇਹਨਾਂ ਨੇ ਸਾਨੂੰ ਸੱਦਿਆ, ਅਸੀਂ ਆਏ ਆ ਇਕੱਠੇ ਹੋ ਕੇ ਤੇ ਦੇਖਿਆ ਤੇ ਕਹਿੰਦੇ ਵੀ ਪਛਾਣੋ ਆ ਗਈ ਲਾਸ਼। ਅਸੀਂ ਪਛਾਣੀਏ ਲਾਸ਼ ਸਾਡੀ ਉਹ ਹੀ ਆ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮਹਿੰਦਰ ਸਿੰਘ। ਮਹਿੰਦਰ ਸਿੰਘ ਤੁਹਾਡਾ ਸਕਾ ਭਤੀਜਾ ਜੀ? ਸਕਾ ਭਤੀਜਾ ਜੀ। ਥਾਣਾ ਘਮਾਣ ਵਿੱਚ ਪੈਂਦੀ ਪੁਲਿਸ ਚੌਂਕੀ ਉਦਣਵਾਲ ਵਿੱਚ ਉਸ ਵੇਲੇ ਅਜੀਬ ਸਥਿਤੀ ਦੇਖਣ ਨੂੰ ਮਿਲੀ ਜਦੋਂ ਚੌਂਕੀ ਦੇ ਮੂਹਰੇ ਇੱਕ ਫੌਜੀ ਦੀ ਪਤਨੀ ਨੇ ਆਪਣੀਆਂ 2 ਬੇਟੀਆਂ, ਜਿਨ੍ਹਾਂ ਵਿੱਚ ਵੱਡੀ ਬੇਟੀ ਦੀ ਉਮਰ 7 ਸਾਲ ਅਤੇ ਛੋਟੀ ਬੇਟੀ ਦੀ ਉਮਰ ਸਿਰਫ 5 ਮਹੀਨੇ ਹੈ, ਤੇ ਮਾਂ ਨਾਲ ਧਰਨਾ ਲਗਾ ਦਿੱਤਾ। ਜਦੋਂ ਫੌਜੀ ਦੀ ਪਤਨੀ ਸੰਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਦੱਸਿਆ ਕਿ ਉਸ ਦੀਆਂ 2 ਬੇਟੀਆਂ ਹਨ। ਛੋਟੀ ਬੇਟੀ ਸਿਰਫ 5 ਮਹੀਨੇ ਪਹਿਲਾਂ ਹੋਈ ਸੀ, ਬੇਟਾ ਨਹੀਂ ਹੋਇਆ ਤਾਂ ਫੌਜੀ ਨੇ 1.5 ਮਹੀਨੇ ਪਹਿਲਾਂ ਘਰੋਂ ਕੱਢ ਦਿੱਤਾ। ਉਲਟਾ ਪਤੀ ਦੀ ਗਹਿਣੇ ਚੋਰੀ ਕਰਨ ਦਾ ਵੀ ਇਲਜ਼ਾਮ ਲਗਾ ਦਿੱਤਾ। सर ये 10 साल तो परेशान हो रही है सर, तो कोई पुलिस ने सुनवाई नहीं की थी, कितने भी मैं जावा कितने सुनवाई नहीं दी हो रही। सर मैं की माड़ा कुछ कर दिता, मैं अपनी बच्ची विआह महेंद्र सिंह ने कोर्ट केस ला दिता। पता नहीं सर लोगों की चुकना में जान के मेरी बेटी प्रैगनेंट सी जो उन्हें कोर्ट केस लाया सी, तो सर मैं हथ भी जोड़े ही भी मेरी बच्ची है, मैं क्यों तेरी बेटी पालन डी मेरी प्रैगनेंट भेजी ना धक्के दे। सर बेटियां होंदियां तां करके दरखास्तां आउंदियां 2 बेटियां हो गई, तंग परेशान करता, मैं नहीं रखनी हैगी। आदमी की कितना कार्रवाई चाहते हो? हाँ सर मैं आर्मी ते कार्रवाई करती है, मेरी बेटी नूं हक जो मेरी बेटी का बनता उन्हें दिवाया जाए, जो इन्होंने बच्चे का हक उन्हें दिवाया जाए। 8 साल मेरे ब्याह हो चुके हैं,
ਮੇਰਾ ਵਿਆਹ ਪਿੰਡ ਚੌੜੇ ਦੇ ਵਿੱਚ ਹਰਵਿੰਦਰ ਸਿੰਘ ਨਾਲ ਹੋਇਆ, ਜਿਹੜਾ ਕਿ ਮੇਰਾ ਘਰ ਵਾਲਾ BSF ਦੇ ਵਿੱਚ ਨਹੀਂ, BSF ਦੇ ਵਿੱਚ ਇਸ ਟਾਈਮ ਉਹ ਤਿਰਪੁਰਾ ਦੇ ਵਿੱਚ ਨੌਕਰੀ ਕਰ ਰਹੇ ਨੇ, ਜਿਹਦੇ ਵਿੱਚ ਮੇਰੀਆਂ 2 ਬੇਟੀਆਂ ਨੇ। ਇਹ ਬੇਟੀ ਮੇਰੀ ਜਸਪ੍ਰੀਤ ਕੌਰ 7 ਸਾਲ ਦੀ ਹੈ, ਇੱਕ ਬੇਟੀ ਮੇਰੀ ਜੈਸਮੀਨ ਕੌਰ ਜਿਹੜੀ ਕਿ 5 ਮੰਥ ਦੀ ਹੈ। 5 ਮੰਥ ਦੇ ਵਿੱਚ ਹੀ ਕੋਈ ਵੀ ਮੇਰਾ ਖਰਚਾ ਨਹੀਂ ਦਿੱਤਾ ਗਿਆ ਮੈਨੂੰ। 7 ਸਾਲ ਤੋਂ ਹੀ ਮੈਨੂੰ ਕੋਈ ਖਰਚਾ ਨਹੀਂ ਦਿੱਤਾ ਜਾ ਰਿਹਾ ਹੈਗਾ। ਜੋ ਕਹਿੰਦੇ ਨੇ ਅਧਿਕਾਰ ਥਾਣੇ ਦੇ ਵਿੱਚ ਮੰਨਦੇ ਨੇ, ਕਹਿ ਕੇ ਜਾਂਦੇ ਨੇ, ਮੈਂ ਉਸੇ ਮੁਤਾਬਕ ਦੇ ਨਾਲ ਹੀ ਮੈਂ ਉਹਨਾਂ ਦੇ ਕੰਮ ਧੰਦਾ ਕਰਦੀ ਹਾਂ। ਜੇ ਕਹਿੰਦੇ ਨੇ ਕਿ ਸੱਸ ਸਹੁਰੇ ਦੇ ਨਾਲ ਆ, ਮੈਂ ਨਾਲ ਹੀ ਰੱਖਿਆ ਅੱਜ ਤੱਕ। ਸੱਸ ਸਹੁਰੇ ਦੇ ਨਾਲ ਮੈਂ ਰੋਟੀ ਪਾਣੀ ਦਿੰਦੀ ਹਾਂ, ਚਾਹ ਪਾਣੀ ਦਿੰਦੀ ਹਾਂ, ਸਾਰਾ ਕੁਝ ਕਰਦੀ ਹਾਂ। ਸਿਰਫ ਮੈਨੂੰ ਕਹਿੰਦੇ ਕਿ ਤੂੰ ਰੋਟੀ ਸਾਡੇ ਘਰ ਚੋਂ ਖਾਣੀ ਹੈ, ਹੋਰ ਤੈਨੂੰ ਕੁਝ ਨਹੀਂ ਦਿੱਤਾ ਜਾਏਗਾ। ਉਸ ਤੋਂ ਬਾਅਦ ਲੜਾਈ ਝਗੜਾ ਇਹ ਹੈ ਕਿ ਤੂੰ ਕੁੜੀਆਂ ਜੰਮੀ ਜਾ ਰਹੀ ਹੈ, ਸਾਨੂੰ ਪੁੱਤਰ ਨਹੀਂ ਦਿੰਦੀ ਹੈਗੀ, ਤੇਰੇ ਨਾਲ ਇਸ ਤਰ੍ਹਾਂ ਹੀ ਹੋਏਗਾ, ਜੇ ਤੂੰ ਰਹਿਣਾ ਤੇ ਰਹਿ, ਨਹੀਂ ਰਹਿਣਾ ਤੇ ਨਾ ਰਹਿ। ਤੇ ਮੇਰੀਆਂ ਕੁੜੀਆਂ ਨੇ, ਵੇਖੋ ਸਰ, ਜੇ ਕੁੜੀਆਂ ਨੇ ਤੇ ਇਹਦੀਆਂ ਨੇ, ਮੈਂ ਕੋਈ ਆਪਣੇ ਪੇਕੇ ਘਰੋਂ ਪਿੱਛੋਂ ਤਾਂ ਲੈ ਕੇ ਨਹੀਂ ਆਈ ਹੈਗੀ। ਜੇ ਇਹਨੇ ਪੈਦਾ ਕੀਤੀਆਂ, ਇਹਦੀ ਸਲਾਹ ਦੇ ਨਾਲ ਹੀ ਮੈਂ ਪੈਦਾ ਕੀਤੀਆਂ। ਥਾਣੇ ਦੇ ਧਰਨਾ ਲਾਉਣ ਦੀ ਨੌਬਤ ਕਿਉਂ ਤੁਹਾਡੀ ਆਈ? ਥਾਣੇ ਦੇ ਧਰਨਾ ਲਾਉਣ ਦੀ ਨੌਬਤ ਆਈ, ਥਾਣੇ ਦੇ ਵਿੱਚ ਮੇਰੇ ਘਰ ਵਾਲੇ ਨੇ ਕੰਪਲੇਂਟ ਕੀਤੀ ਗਈ ਸੀ ਕਿ ਮੇਰੀ ਘਰ ਵਾਲੀ ਜਿਹੜੀ ਆ ਤੋਂ ਸੋਨਾ ਲੈ ਕੇ ਮੇਰੇ ਘਰੋਂ ਚਲੇ ਗਈ ਹੈ, ਸੋਨਾ ਲੈ ਕੇ ਘਰੋਂ ਚਲੀ ਗਈ ਹੈ। ਮੈਂ ਥਾਣੇ ਦੇ ਵਿੱਚ, ਥਾਣੇ ਦੇ ਇੰਚਾਰਜ ਨੇ ਮੇਰੇ ਪਾਪਾ ਨੂੰ ਫੋਨ ਕੀਤਾ ਕਿ ਮਤਲਬ ਕਿ ਤੁਹਾਡੀ ਬੇਟੀ ਜਿਹੜੀ ਸੋਨਾ ਲੈ ਕੇ ਗਈ ਹੈ, ਆਪਣੀ ਕੁੜੀ ਨੂੰ ਇੱਥੇ ਮੇਰੇ ਪੇਸ਼ ਕਰਾਓ। ਉਹਦੇ ਤੁਰੰਤ ਹੀ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਡੈਡੀ ਠੀਕ ਹੈ ਜੀ, ਮੈਂ ਸੋਨਾ ਲੈ ਕੇ ਆਈ ਹਾਂ ਅਤੇ ਮੈਂ ਪੁਲਿਸ ਦੇ ਵਿੱਚ ਪੇਸ਼ ਹੁੰਦੀ ਹਾਂ। ਮੈਂ ਇਹਨਾਂ ਨੂੰ ਆਣ ਕੇ ਕਿਹਾ ਕਿ ਸਰ ਹਾਂਜੀ ਦੱਸੋ, ਪਹਿਲਾਂ ਤਾਂ ਜਿਹੜੀ ਦਰਖਾਸਤ ਦਿੱਤੀ ਗਈ ਹੈ ਮੈਨੂੰ ਉਹ ਦਿਖਾਓ ਕਿ 751 ਦਾ ਤੇਰੇ 'ਤੇ ਪਰਚਾ ਦਰਜ ਕੀਤਾ ਜਾਏਗਾ। ਮੈਂ ਕਿਹਾ ਸਰ ਮੈਂ ਦੋਨੋਂ ਬੇਟੀਆਂ ਆਪਣੀਆਂ ਲੈ ਕੇ ਮੈਂ ਗੇਟ ਦੇ ਵਿੱਚ ਬੈਠਣ ਲਈ ਤਿਆਰ ਹਾਂ, ਤੁਸੀਂ 751 ਦਾ ਪਰਚਾ ਦਰਜ ਮੇਰੇ 'ਤੇ ਕਰ ਦਿਓ, ਮੈਂ ਜੇਲ੍ਹ ਜਾਣ ਲਈ ਤਿਆਰ ਹਾਂ। ਜੇ ਮੈਂ 10 ਸਾਲ ਤੋਂ ਧੱਕੇ ਖਾਂਦੀ ਆ ਰਹੀ ਹਾਂ, ਮੈਂ ਹੁਣ ਵੀ ਜੇਲ੍ਹ 'ਚ ਜਾ ਕੇ ਵੀ ਧੱਕੇ ਖਾ ਲਾਂਗੀ। ਥਾਣਾ ਸ਼੍ਰੀ ਚਮਕੌਰ ਸਾਹਿਬ ਪੁਲਿਸ ਦੇ ਵੱਲੋਂ ਚਰਚ ਦੇ ਇੱਕ ਪਾਸਟਰ ਸਮੇਤ ਕਈ ਲੋਕਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭਟਕਾਉਣ ਅਤੇ ਕਿਸਾਨ ਦੀ ਕੁੱਟਮਾਰ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲਾ ਪਿੰਡ ਦੇ ਰਾਸਤੇ ਨੂੰ ਲੈ ਕੇ ਉਸ ਸਮੇਂ ਗਰਮਾਇਆ ਜਦੋਂ ਚਰਚ ਦੇ ਪਾਸਟਰ ਵੱਲੋਂ ਰਾਸਤੇ ਦੇ ਨਾਲ ਲੱਗਦੀ ਜ਼ਮੀਨ ਦੇ ਵਿੱਚ ਨੀਂਹ ਪੁੱਟਦੇ ਸਮੇਂ ਰਾਸਤੇ ਨੂੰ ਵੀ ਖਿੱਚ ਵੱਲ ਲੈ ਗਿਆ ਅਤੇ ਜਦੋਂ ਕਿਸਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਪਾਸਟਰ ਦੇ ਪੁੱਤਰ ਸਮੇਤ ਉਸ ਦੇ ਕਈ ਸਾਥੀਆਂ ਵੱਲੋਂ ਕਿਸਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਵਾਲਾਂ ਤੋਂ ਫੜ ਕੇ ਵੀ ਘੜੀਸਿਆ ਗਿਆ। ਬਾਈ ਜੀ ਇੱਥੇ ਨਾ ਆਪਣਾ ਖੇਤ ਨੂੰ ਰਸਤਾ ਜਾਂਦਾ ਅੱਗੇ, ਆਪਣਾ ਖੇਤ ਆ, ਇਹਨਾਂ ਨੇ ਆਹ ਇੱਥੇ ਕੰਧ ਕੱਟਤੀ, ਨਿਉ ਕੱਟਤੀ ਉਹਦੇ 'ਚ ਆਪਣੇ ਰਸਤੇ 'ਚ, ਤੇ ਮੈਂ ਇਹਨਾਂ ਨੂੰ ਕਹਿਣ ਚਲੇ ਗਿਆ ਵੀ ਤੁਸੀਂ ਰਸਤੇ 'ਚ ਨਿਉ ਕਿਉਂ ਕੱਢ ਲਈ, ਵੀ ਰਸਤੇ ਤੇ ਬਾਹਰ ਕੱਢਣੀ ਸੀ, ਆ ਮਿਹਨਤੀ ਕਰਾ ਕੇ ਕੱਢਣੀ ਸੀ। ਤੇ ਉਹ ਮੇਰੇ ਨਾਲ ਫਿਰ ਲੜ ਪਏ, ਮੇਰੇ ਹੱਥੋਂ ਪਾਈ ਹੋ ਗਏ, ਮੇਰੇ ਸੱਟ ਮਾਰੀ, ਗੁੱਜੀਆਂ ਸੱਟਾਂ ਮਾਰੀਆਂ। ਪਹਿਲਾਂ ਅੰਦਰ ਮੈਨੂੰ ਕੁੱਟਿਆ, ਫਿਰ ਬਾਹਰ ਆਏ ਅਸੀਂ, ਇੱਥੇ ਬਾਹਰ ਆ ਕੇ ਕੈਮਰੇ ਲੱਗੇ ਆ, ਕੈਮਰਿਆਂ ਦੇ ਵਿੱਚ ਫਿਰ ਇੱਥੇ ਮੈਨੂੰ ਬਾਹਰ ਕੁੱਟਿਆ। ਤੇ ਕਿਹਨੇ ਕੁੱਟਿਆ ਜੀ ਤੁਹਾਨੂੰ? ਇੱਕ ਇਹ ਤਾਂ ਇੱਕ ਨਾਂ ਤਾਂ ਮੈਨੂੰ ਯਾਦ ਨਹੀਂ, ਇੱਕ ਮੁੰਡੇ ਦਾ ਨਾਮ ਮੈਂ ਪੁੱਛਿਆ ਸੀ ਇੱਥੇ, ਕੋਈ ਪ੍ਰਿੰਸ ਕਹਿੰਦੇ ਆ। ਇੱਕ ਹੋ ਸਕਦਾ ਜਿਹੜਾ ਇਹ ਪਾਸਟਰ ਆ ਉਹਦਾ ਮੁੰਡਾ ਸੀ, ਤੇ ਉਹ ਆਪ ਵੀ ਕੋਲ ਹੀ ਖੜਾ ਸੀ ਕਿਉਂਕਿ ਉਹਨੇ ਹਟਾਇਆ ਨਹੀਂ ਕੋਈ। ਮੇਰੀ ਗੱਲ ਉਹਦੇ ਨਾਲ ਹੋ ਰਹੀ ਸੀ ਜਿਹੜਾ ਪਾਸਟਰ ਆ। ਇੱਦਾਂ ਕਈ ਬੰਦੇ ਸੀ, ਕਿਉਂਕਿ ਜਦੋਂ ਇਕੱਠੇ ਪੈ ਗਏ ਮੈਨੂੰ ਇੰਨੀ ਪਹਿਚਾਣ ਵੀ ਨਹੀਂ ਹੋਈ, ਬੰਦਾ ਘਾਬਰ ਜਾਂਦਾ। ਐਕਚੁਅਲੀ ਸਰ ਅਸੀਂ ਜਦੋਂ ਕੱਲ੍ਹ ਸੰਡੇ ਦਾ ਦਿਨ ਸੀ ਅਤੇ ਕੱਲ੍ਹ ਸਾਰੀ ਸੰਗਤ ਜਿਹੜੀ ਸੀ ਉੱਥੇ ਸਤਸੰਗ ਕਰਨ ਵਾਸਤੇ ਆਈ ਹੋਈ ਸੀ, ਔਰ ਉਸ ਦੇ ਪਿੱਛੇ ਕਾਊਂਟਰਸ ਲੱਗੇ ਹੁੰਦੇ ਨੇ, ਔਰ ਕਾਊਂਟਰਸ 'ਤੇ ਇਹ ਸਾਡੇ ਫਾਦਰ ਸਾਹਿਬ ਨੇ ਚਰਚ ਦੇ, ਇਹ ਮੇਨ ਹੈੱਡ ਵੀ ਨੇ। ਅਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਕਾਊਂਟਰਸ ਦੇ ਉੱਤੇ ਕੁਛ ਵੋਲੰਟੀਅਰਸ ਵੀ ਨਾਲ ਬੈਠੇ ਸੀ, ਅਤੇ ਇੱਕ ਬ੍ਰਦਰ ਆਏ ਨੇ, ਸਾਨੂੰ ਪਤਾ ਨਹੀਂ ਸੀ ਵੀ ਉਹ ਕੌਣ ਹੈ, ਅਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਵੀ ਜਿਹੜੀ ਤੁਹਾਡੇ ਜਗ੍ਹਾ ਦੇ ਨਾਲ ਨਿਉ ਆ ਉਹ ਗਲਤ ਪੱਟੀ ਹੋਈ ਆ, ਵੀ ਤੁਸੀਂ ਹੁਣੇ ਮੇਰੇ ਨਾਲ ਚੱਲੋ ਅਤੇ ਉਹਨੂੰ ਦੇਖੋ। ਸੋ ਅਸੀਂ ਉਹਨਾਂ ਨੂੰ ਕਿਹਾ ਕਿ ਬ੍ਰਦਰ ਜੀ ਸਤਸੰਗ ਖਤਮ ਹੋ ਲੈਣ ਦਿਓ, ਸਤਸੰਗ ਖਤਮ ਹੋਣ ਤੋਂ ਬਾਅਦ ਤੁਸੀਂ ਮੰਡੇ ਆਓ। ਪਹਿਲੀ ਗੱਲ ਤਾਂ ਸਤਸੰਗ 'ਚ ਆਉਣ ਦੀ ਜ਼ਰੂਰਤ ਨਹੀਂ ਕਿਸੇ ਨੂੰ, ਤੁਸੀਂ ਮੰਡੇ ਆ ਕੇ ਗੱਲ ਕਰ ਸਕਦੇ, ਆਪਾਂ ਕਿਹੜੀ ਉੱਥੇ ਚਣਾਈ ਸ਼ੁਰੂ ਕਰ ਦਿੱਤੀ ਹੈ। ਅਤੇ ਉਸ ਤੋਂ ਬਾਅਦ ਇੰਨੀ ਗੱਲ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਬ੍ਰਦਰ ਤੂੰ ਬੜਾ ਮਤਲਬ ਰੂਡ ਬੋਲ ਰਹੇ ਸੀ। ਉਹਨਾਂ ਨੇ ਕਿਹਾ ਥੋੜ੍ਹਾ ਦੇਖੋ ਸਾਡੇ ਫਾਦਰ ਨੇ ਚਰਚ ਦੇ, ਤੁਸੀਂ ਇਹਨਾਂ ਨੂੰ ਰਿਸਪੈਕਟ ਨਾਲ ਬੋਲੋ। ਵੋਲੰਟੀਅਰਸ ਨੇ ਇੰਨੀ ਗੱਲ ਕਹੀ ਤਾਂ ਉਹ ਕਹਿੰਦਾ ਕਿਹੜਾ ਫਾਦਰ, ਕਿੱਧਰ ਦਾ ਫਾਦਰ, ਮੈਂ ਨਹੀਂ ਜਾਣਦਾ, ਕਹਿੰਦਾ ਕਿਸੇ ਫਾਦਰ ਨੂੰ, ਕਹਿੰਦਾ ਤੂੰ ਕਿੱਧਰ ਦਾ ਫਾਦਰ ਹੈ। ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਹੈ ਫਿਰ ਸੇਵਾਦਾਰਾਂ ਨੇ ਉਹਨੂੰ ਫੜ ਕੇ ਉਹਨਾਂ ਨੂੰ ਕਿਹਾ ਬ੍ਰਦਰ ਬਾਅਦ 'ਚ ਗੱਲ ਕਰਦੇ ਹਾਂ, ਤੁਸੀਂ ਪਲੀਜ਼ ਬਾਹਰ ਚਲ ਜਾਓ।
ਠੀਕ ਹੈ ਵੀ ਇਹ ਫਿਰ ਗੱਲ ਵੱਧ ਜਾਣੀ ਆ, ਕੋਈ ਮਸਲਾ ਨਹੀਂ। ਹਜੇ ਆਪਾਂ ਕਿਹੜੀ ਨੀਂਹ ਕੱਢਣੀ ਸ਼ੁਰੂ ਕੀਤੀ ਆ ਜਾਂ ਉੱਥੇ ਇੱਟਾਂ ਲਗਾ ਦਿੱਤੀਆਂ। ਜਿਸ ਦੇਖੋ ਮਸਲਾ ਇਹ ਸੀ ਵੀ JCB ਵਾਲਾ ਆਇਆ ਸੀ, ਠੀਕ ਹੈ ਨਾ। ਹੁਣ ਤੁਹਾਨੂੰ ਪਤਾ ਵੀ ਜਿਹੜਾ JCB ਦਾ ਪੰਜਾ ਹੁੰਦਾ, JCB ਦਾ ਟੱਪ ਹੁੰਦਾ, ਉਹ ਵੱਡਾ ਹੁੰਦਾ। ਅਸੀਂ ਜਿੰਨੀ ਵੀ ਕੰਧ ਕਰਨੀ ਚਾਹੁੰਦੇ ਹਾਂ ਉਹ ਤੋਂ 2-2.5 ਫੁੱਟ ਉਹ ਵੱਧ ਮਾਰਦਾ, ਪੰਜਾ ਮਿੱਟੀ ਕੱਢਦਾ। ਅਤੇ ਅਸੀਂ ਹਜੇ ਸ਼ੁਰੂ ਨਹੀਂ ਕੀਤਾ। ਜਦੋਂ ਅਸੀਂ ਕਰਾਂਗੇ ਅਸੀਂ ਆਪਣੀ 19 ਜਗ੍ਹਾ ਦੇ ਵਿੱਚ ਕਰਾਂਗੇ ਜਿੰਨੀ ਜਗ੍ਹਾ ਸਾਡੇ ਅੰਡਰ ਹੈ। ਜਿੱਥੇ ਅੱਜ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ, ਉੱਥੇ ਖੰਨਾ ਦੀ ਰਹਿਣ ਵਾਲੀ ਵੀਨਾ ਰਾਣੀ ਉਹਨਾਂ ਔਰਤਾਂ ਲਈ ਇੱਕ ਮਿਸਾਲ ਬਣੀ ਹੈ ਜੋ ਘਰ ਦੀ ਦਹਲੀਜ਼ ਤੋਂ ਬਾਹਰ ਆ ਕੇ ਕੰਮ ਕਰਨ ਤੋਂ ਝਿਜਕਦੀਆਂ ਹਨ। ਵੀਨਾ ਆਟੋ ਰਿਕਸ਼ਾ ਚਲਾ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਹੈ। ਟੈਲੈਂਟ ਉਮਰ ਦਾ ਮੁਹਤਾਜ ਨਹੀਂ ਹੁੰਦਾ। ਉਸ ਦੇ ਚੱਲਦੇ ਮਾਨਸਾ ਦੀ 14 ਸਾਲਾ ਲੜਕੀ ਪਰਵਾਜ਼ ਆਪਣੀ ਕਲਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਗੱਲ ਕਰੀਏ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਖੇਡਣ ਜਾਂ ਮੋਬਾਈਲ ਤੋਂ ਫੁਰਸਤ ਨਹੀਂ ਮਿਲਦੀ, ਪਰ ਪਰਵਾਜ਼ ਆਪਣੀ ਹੀ ਦੁਨੀਆ ਵਿੱਚ ਰਹਿ ਕੇ ਕਲਾ ਦੇ ਜੋਹਰ ਦਿਖਾ ਰਹੀ ਹੈ। ਪੈਨਸਲ ਅਤੇ ਸਕੈਚ ਨਾਲ ਤਸਵੀਰਾਂ ਵਿੱਚ ਜਾਨ ਪਾ ਦਿੰਦੀ ਹੈ। ਉਮਰ ਨੂੰ ਦੇਖਦੇ ਹੋਏ ਉਸ ਦੀ ਇਹ ਕਲਾ ਲਾਜਵਾਬ ਹੈ। ਯੂਕਰੇਨ ਅਤੇ ਰੂਸ ਦੀ ਲੜਾਈ ਦੇ ਚੱਲਦੇ ਬਹੁਤ ਹੀ ਸੋਹਣੀ ਪੇਂਟਿੰਗ ਤਿਆਰ ਕੀਤੀ। ਇਸ ਦੇ ਨਾਲ ਹੀ ਕਵੀ ਪਾਸ਼, ਟੈਗੋਰ ਅਤੇ ਹੋਰ ਬਹੁਤ ਤਸਵੀਰਾਂ ਪਰਵਾਜ਼ ਨੇ ਬਣਾਈਆਂ। ਲੋੜ ਹੈ ਪਰਵਾਜ਼ ਨੂੰ ਹੌਸਲਾ ਵਧਾਉਣ ਦੀ, ਜਿਸ ਨਾਲ ਅੱਗੇ ਵੱਧ ਸਕੇ ਅਤੇ ਆਪਣਾ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕੇ। ਬਣਾਈ ਹੈ ਯੂਕਰੇਨ ਤੇ ਰੂਸ ਦੀ, ਕਿਵੇਂ ਬਣਾਈ? ਮੈਨੂੰ ਜ਼ਿਆਦਾ ਤੋਂ ਜ਼ਿਆਦਾ 4 ਘੰਟੇ ਲੱਗੇ ਹੋਣਗੇ ਇਸ ਨੂੰ ਬਣਾਉਣ 'ਤੇ। ਪਹਿਲਾਂ ਤਾਂ ਆਈਡੀਆਜ਼ ਮੈਂ ਅਲੱਗ-ਅਲੱਗ ਕਿਤੋਂ ਲਏ, ਮੈਂ ਇਨਫੋਰਮੇਸ਼ਨ ਇਕੱਠੀ ਕੀਤੀ ਅਤੇ ਬਾਅਦ 'ਚ ਜਾ ਕੇ ਪਿਕਚਰ ਲੱਭੀ। ਪਹਿਲਾਂ ਤਾਂ ਇੱਕ ਫਿਗਰ ਸਟੱਡੀ ਆ, ਉਹ ਬਹੁਤ ਜ਼ਿਆਦਾ ਔਖੀ ਲੱਗਦੀ ਆ। ਪਹਿਲਾਂ ਮੈਂ ਮਤਲਬ ਪ੍ਰੈਕਟਿਸ ਕੀਤੀ ਆ, ਪਰ ਉਹ ਔਖੀ ਹੁੰਦੀ ਆ। ਕਦੇ ਫੇਸ ਜ਼ਿਆਦਾ ਵੱਡਾ ਬਣ ਗਿਆ, ਬਾਡੀ ਸਟਰਕਚਰ ਛੋਟਾ ਬਣ ਗਿਆ, ਤਾਂ ਕਰਕੇ ਮੈਂ 2-3 ਵਾਰ ਮਤਲਬ ਗਲਤ ਵੀ ਹੋ ਗਈ ਸੀ। ਮੈਂ ਦੁਬਾਰਾ ਬਣਾਈ, ਮੈਨੂੰ ਲੱਗਿਆ ਵੀ ਹਾਂ ਬਣਾਉਣੀ ਚਾਹੀਦੀ ਆ। ਅਤੇ ਉਸ ਤੋਂ ਬਾਅਦ ਮੈਂ ਫਿਰ ਜੈਟ ਦੀ ਫੋਟੋ ਲੱਭੀ, ਤਾਂ ਕਿ ਵੀ ਮੈਂ ਐਂ ਦਿਖਾਉਣਾ ਵੀ ਹਾਂ ਸੱਚੀ ਇੱਦਾਂ ਹਮਲੇ ਹੋ ਰਹੇ ਆ। ਅਤੇ ਪਿੱਛੇ ਐਂ ਮੈਂ ਸਮੋਕ ਦਿਖਾਇਆ ਵੀ ਇੱਦਾਂ ਮਤਲਬ ਸਾਰੇ ਕਿਤੇ ਐਂ ਡਿਸਟਰਕਸ਼ਨ ਐਂ ਹੋਈ ਪਈ ਆ ਅਤੇ ਇੱਦਾਂ ਲੋਕ ਫੀਲ ਕਰ ਰਹੇ ਉੱਥੋਂ ਦੇ। ਕਦੋਂ ਤੋਂ ਬਣਾ ਰਹੇ ਹੋ ਤਸਵੀਰਾਂ ਤੁਸੀਂ? ਮੈਂ 3 ਸਾਲਾਂ ਤੋਂ। ਅਤੇ ਮਤਲਬ ਮੈਨੂੰ ਐਂ ਆ ਵੀ ਮੈਂ ਹੋਰ ਵੀ ਬਣਾਵਾਂ, ਬਿਕੋਜ਼ ਮੈਂ ਹੁਣ ਜ਼ਿਆਦਾ ਤੋਂ ਜ਼ਿਆਦਾ ਮਤਲਬ ਜਿੰਨੀ ਹੋਰ ਪੇਂਟਿੰਗ ਆ ਰਹੀ ਆ ਉਨੇ ਜ਼ਿਆਦਾ ਹੋਰ ਮਤਲਬ ਬਲੈਸਿੰਗਸ ਮਿਲ ਰਹੀਆਂ ਅਤੇ ਮੈਨੂੰ ਵਧੀਆ ਲੱਗਦਾ ਗਾ। ਇਹੀ ਤਸਵੀਰ ਕਿਉਂ ਚੁਣੀ? ਸੋਸ਼ਲ ਮੀਡੀਆ 'ਤੇ ਹੋਰ ਤਸਵੀਰਾਂ ਆ ਰਹੀਆਂ ਨੇ? ਹੋਰ ਬਹੁਤ ਜ਼ਿਆਦਾ ਆ ਰਹੀਆਂ ਸੀ, ਪਰ ਇਹ ਜਿੱਦਾਂ ਕਿ ਮੈਂ ਕਿਹਾ ਵੀ ਇਹ ਜਮ੍ਹਾਂ ਫਿੱਟ ਬੈਠ ਰਹੀ ਸੀ ਅਤੇ ਇਹ 'ਚ ਇਮੋਸ਼ਨਸ ਵੀ ਬਹੁਤ ਵਧੀਆ ਸੀਗੇ, ਤਾਂ ਕਰਕੇ ਮੈਨੂੰ ਲੱਗਿਆ ਵੀ ਇਹੀ ਬਣਾਉਣੀ ਚਾਹੀਦੀ ਹੈ ਅਤੇ ਲੋਕ ਇਹਨੂੰ ਜਲਦੀ ਸਮਝ ਵੀ ਜਾਣਗੇ ਵੀ ਹਾਂ ਇਸ ਮੁੱਦੇ 'ਤੇ ਮੈਂ ਬਣਾਈ ਆ। ਇਹਨੂੰ ਤਸਵੀਰਾਂ ਬਣਾਉਣ ਦਾ ਸ਼ੌਕ ਕਦੋਂ ਤੋਂ ਪਿਆ? ਇਹ 6ਵੀਂ ਕਲਾਸ ਦੇ ਵਿੱਚ ਜੋ ਪੜ੍ਹਦੀ ਸੀਗੀ, ਲਗਭਗ 3 ਸਾਲ ਪਹਿਲਾਂ। ਉਸ ਸਮੇਂ ਤੋਂ ਇਹ ਇਸ ਖੇਤਰ ਦੇ ਵਿੱਚ ਆਈ ਹੈ ਅਤੇ ਬਹੁਤ ਮਿਹਨਤ ਕਰ ਰਹੀ ਹੈ ਇਸ ਖੇਤਰ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਲਈ। ਹੁਣ ਤੱਕ ਕਿੰਨੀਆਂ ਤਸਵੀਰਾਂ ਬਣਾ ਚੁੱਕੀ ਹੈ? ਸੈਂਕੜੇ ਤਸਵੀਰਾਂ ਬਣ ਗਈਆਂ ਹੋਣਗੀਆਂ ਇਸ ਦੀਆਂ। ਲਗਭਗ ਵੱਖ-ਵੱਖ ਜਿਵੇਂ ਪੜਾਅ ਇਹਦਾ ਜਿਹੜਾ ਹੈ ਸਟੱਡੀ ਇਸ ਦੀ ਉਸ 'ਤੇ ਕੰਮ ਕਰ ਰਹੀ ਹੈ। ਬੱਚਿਆਂ ਦੇ ਖੇਡਣ ਦੇ ਦਿਨ ਨੇ ਅਤੇ ਪਰਿਵਾਰ ਤਸਵੀਰਾਂ ਬਣਾ ਰਹੀ ਹੈ। ਬੱਚੇ ਦਾ ਜੇ ਆਪਾਂ ਕਹਿ ਦਈਏ ਇੱਕ ਐਕਸਟਰਾ ਆਰਡੀਨਰੀ ਹੁੰਦੀ ਆ। ਬੱਚੇ ਦੇ ਖੇਡਣ ਦਾ ਹੈ ਜ਼ਰੂਰ, ਪਰ ਇਸ ਦੀ ਜ਼ਿਆਦਾ ਕੋਸ਼ਿਸ਼ ਹੈ ਕਿ ਮੈਂ ਆਪਣੀ ਕਲਾ ਨੂੰ ਹੋਰ ਨਿਖਾਰਾਂ। ਇਸ ਵੱਲ ਇਹ ਆਪਣੀ ਪੜ੍ਹਾਈ ਦੇ ਨਾਲ ਇਹ ਐਕਸਟਰਾ ਟਾਈਮ ਕੱਢ ਕੇ ਇਸ 'ਤੇ ਕੰਮ ਕਰ ਰਹੀ ਹੈ। ਜਿਹੜੇ ਬੱਚੇ ਧੀਆਂ ਨੂੰ ਬੋਝ ਸਮਝਦੇ ਨੇ ਉਹਨਾਂ ਨੂੰ ਕੀ ਕਹੋਗੇ? ਧੀਆਂ ਬੋਝ ਨਹੀਂ ਹੈਗੀਆਂ, ਸਾਡੇ ਸਿਰ ਦਾ ਤਾਜ ਨੇ ਅਤੇ ਮੇਰੀ ਬੇਟੀ ਇਸ ਗੱਲ ਨੂੰ ਸਾਬਤ ਕਰ ਰਹੀ ਹੈ। ਇੱਕ ਘਰ ਵਿੱਚ ਗਰੀਬੀ, ਇੱਕ ਉੱਤੋਂ ਕੁਦਰਤ ਦੀ ਮਾਰ, ਪਰ ਫਿਰ ਵੀ ਇਹ ਪਰਿਵਾਰ ਉਸ ਕੁਦਰਤ ਦੇ ਐਸੇ ਮਸੀਹੇ ਨੂੰ ਉਡੀਕ ਰਿਹਾ ਹੈ ਜੋ ਉਹਨਾਂ ਦੇ ਉੱਤੇ ਪਈ ਇਸ ਗਰੀਬੀ ਦੀ ਮਾਰ ਅਤੇ ਘਰ ਵਿੱਚ ਛਾਈ ਭੁੱਖਮਰੀ ਤੋਂ ਉਹਨਾਂ ਨੂੰ ਛੁਟਕਾਰਾ ਦਿਵਾਵੇਗਾ। ਜ਼ਿਲ੍ਹਾ ਤਰਨਤਾਰਨ ਦੇ ਕਸਬਾ ਝਬਾਲ ਦੀ ਰਹਿਣ ਵਾਲੀ ਘਰ ਦੀ ਮੁਖੀਆ ਮਨਜੀਤ ਕੌਰ ਨੇ ਦੱਸਿਆ ਹੈ ਕਿ ਉਹ 1 ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲੱਗੀ ਘਰੋਂ ਜਾ ਰਹੀ ਸੀ ਤਾਂ ਰਾਸਤੇ ਵਿੱਚ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਅਤੇ ਬਾਂਹ ਟੁੱਟ ਗਈ ਅਤੇ ਉਸ ਦੀ ਲੱਤ ਅਤੇ ਬਾਂਹ ਦਾ ਇਲਾਜ ਕਰਵਾਉਂਦੇ ਉਸ ਦਾ ਸਾਰਾ ਪਰਿਵਾਰ ਕਰਜ਼ੇ ਦੇ ਬੋਝ ਥੱਲੇ ਦਬਿਆ ਗਿਆ। ਹਾਰ ਕੇ ਉਹ ਉਸ ਕੁਦਰਤ ਦੇ ਮਸੀਹੇ ਨੂੰ ਉਡੀਕ ਕਰ ਰਹੇ ਹਨ ਜੋ ਉਹਨਾਂ ਦੇ ਘਰ ਦੀ ਗਰੀਬੀ ਕੱਢੇਗਾ ਅਤੇ ਘਰ ਵਿੱਚ ਛਾਈ ਭੁੱਖਮਰੀ ਤੋਂ ਉਹਨਾਂ ਨੂੰ ਨਿਜਾਤ ਦਿਵਾਏਗਾ। ਪੀੜਤ ਵਿਅਕਤੀ ਬਲਵੀਰ ਸਿੰਘ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਹ ਆਪਣੀ ਬੱਚੀ ਅਤੇ ਆਪਣੀ ਪਤਨੀ ਦਾ ਇਲਾਜ ਕਰਵਾ ਸਕੇ ਅਤੇ ਘਰ ਵਿੱਚ ਛਾਈ ਗਰੀਬੀ ਤੋਂ ਨਿਜਾਤ ਮਿਲ ਸਕੇ। ਕੀ ਨਾਮ ਭੈਣ ਜੀ ਤੁਹਾਡਾ? ਮਨਜੀਤ ਕੌਰ। ਤੇ ਕੀ ਹਾਲਾਤ ਨੇ ਘਰ ਦੇ ਜੀ? ਬਹੁਤ ਮਾੜੇ ਹਾਲਾਤ ਸਾਡੇ। ਅਸੀਂ ਇੱਕ ਦਿਨ ਦੀ ਰੋਟੀ ਖਾਣ ਜੋਗੇ ਨਹੀਂ ਹੈਗੇ। ਕੀ ਗੱਲ, ਕੀ ਕਾਰਨ ਕੀ ਹੈ ਜੀ? ਕਾਰਨ ਮੈਂ ਦਿਹਾੜੀ ਗਈ ਹਾਂ ਤੇ ਉੱਥੇ ਰਸਤੇ 'ਚ ਮੇਰੀ ਗੱਡੀ ਵੱਜ ਗਈ ਤੇ ਮੇਰੀ ਬਾਂਹ ਤੇ ਲੱਤ ਟੁੱਟ ਗਈ ਤੇ ਮੁੜ ਕੇ ਮੇਰੀ ਇਲਾਜ ਕੋਲੋਂ ਮੇਰਾ ਇਹੋ ਜਿਹਾ ਹਾਲਤ ਹੋ ਗਿਆ ਕਿ ਘਰ ਮੰਗਣ ਵਾਲੇ ਹੋ ਗਏ।
ਸਾਰਾ ਕੁਝ ਵੇਚ ਗਿਆ? ਹਾਂਜੀ ਸਾਰਾ ਕੁਝ ਵੇਚ ਗਿਆ। ਤੇ ਹੁਣ ਆ ਬੇਟੀ ਨੂੰ ਕੀ ਗੱਲ? ਹਾਂਜੀ ਬੇਟੀ ਨੂੰ ਮੇਰੀ ਨੂੰ ਛੋਟੀ ਜੀ ਨੂੰ ਕੁੱਛੜੀ ਮੇਰੇ ਤੇ ਜਦੋਂ ਦੇ ਦੌਰੇ ਪੈਣ ਦਾ ਫੇ ਤੇ ਅਸੀਂ ਇਲਾਜ ਕਰਾਉਂਦੇ ਸਾਡਾ ਸਾਰਾ ਕੁਝ ਵਿਕ ਗਿਆ। ਹੁਣ ਰੋਟੀ ਪਾਣੀ ਦਾ ਕਿਸ ਤਰ੍ਹਾਂ ਸਰਦਾ? ਰੋਟੀ ਅਸੀਂ ਕਿਸੇ ਵੇਲੇ ਰਸਕਾ ਵਾ ਲੈਂਦੇ ਤੇ ਕਿਸੇ ਵੇਲੇ ਮੰਗ ਕੇ ਖਾ ਲੈਂਦੇ ਤੇ ਕਿਸੇ ਵੇਲੇ ਭੁੱਖੇ ਸੌ ਜਾਂਦੇ। ਅਜੇ ਤੱਕ ਕੋਈ ਸੁਣਦਾ ਹੀ ਨਹੀਂ ਸਾਡੀ। ਤੇ ਕਿਤੇ ਆ ਗੁਸਲਖਾਨਾ ਵਗੈਰਾ ਕੁਛ ਨਹੀਂ ਹੈਗਾ ਘਰ? ਕੁਛ ਨਹੀਂ ਹੈਗਾ। ਇਸੇ ਦਾ ਕਿਤੇ ਕਿਸੇ ਦੇ ਘਰ ਚਲ ਜੀ ਤਾਂ ਉਹ ਵੀ ਗੱਲਾਂ ਬਾਤਾਂ ਸਾਨੂੰ ਕਰਦੇ ਵੀ ਤੁਸੀਂ ਸਾਡੇ ਘਰ ਵਿੱਚ ਆ ਜਾਂਦੇ ਜੋ ਰੋਜ਼ ਤੇ ਫੇਰ ਤੜਕੇ ਜਾਈਦਾ ਤੇ ਫੇਰ ਬਾਹਰੋਂ ਦਾ ਹੋ ਕੇ ਆਈਦਾ। ਤੇ ਆ ਬੱਤੀ ਬੁੱਤੀ ਦਾ ਕੀ ਹਿਸਾਬ ਕਿਤਾਬ? ਹਾਂਜੀ ਬੱਤੀ ਤਾਂ ਨਹੀਂ ਸਾਡਾ ਸਰਦਾ। ਬੱਤੀ ਵੀ ਨਹੀਂ ਸਾਡੀ ਆ ਗਈ। ਕਿਉਂ? ਹਾਂਜੀ ਉਹ ਸਾਡੀ ਬੱਤੀ ਕਿਸੇ ਨੇ ਲਵਾਈ ਨਹੀਂ ਗਰੀਬ ਕਰਕੇ ਕੀ ਕਹਿੰਦੇ ਵੀ ਤੁਹਾਡੀ ਬੱਤੀ ਨਹੀਂ ਲੱਗ ਸਕਦੀ। ਕਿ ਬਿੱਲ ਬੁੱਲ ਜੁੜਿਆ? ਹਾਂਜੀ ਬਿੱਲ ਜੁੜਿਆ ਸੀ ਤੇ ਉਹਨਾਂ ਸਾਡਾ ਮੀਟਰ ਕੱਟ ਕੇ ਲੈ ਗਏ। ਕੀ ਨਾ ਕਾਕੇ ਤੇਰਾ? ਚਮਨਦੀਪ। ਤੇ ਕੀ ਹਾਲਾਤ ਨੇ ਘਰ ਦੇ ਕਾਕੇ? ਬਹੁਤ ਮਾੜਾ ਹੋਇਆ ਏ। ਅਸੀਂ ਮੰਗ ਕੇ ਖਾਣੇ ਆ। ਲੈਟਰਿੰਗ ਬਾਥਰੂਮ ਹੈਗਾ? ਨਹੀਂ ਅੰਕਲ। ਤੇ ਕਦੋਂ ਦੇ ਇਸ ਤਰ੍ਹਾਂ ਰਹਿੰਦੇ? ਬਾਬਾ ਚਿੜ ਹੋ ਗਿਆ। ਅੱਛਾ ਤੇ ਤੈਨੂੰ ਕੀ ਗੱਲ? ਤੂੰ ਮੈਨੂੰ ਦੌੜਾ ਪੈਂਦਾ ਅੰਕਲ। ਅੱਛਾ ਤੇ ਦਵਾਈ ਨਹੀਂ ਲਈ? ਨਹੀਂ ਅਵੇ ਲਾਂਦੀਆਂ ਕਰਨੀਆਂ ਫਰਕ ਨਹੀਂ ਪੈਂਦੀ ਅੰਕਲ। ਤੇ ਸਕੂਲੇ ਕਿਉਂ ਨਹੀਂ ਜਾਂਦਾ? ਮੈਨੂੰ ਦੌੜਾ ਪੈਂਦਾ ਹੈ ਨਾ ਤਾਂ ਕਰਕੇ। ਹਾਂਜੀ। ਕੀ ਨਾਮ ਭਾਈ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ। ਤੇ ਕੀ ਹਾਲਾਤ ਨੇ ਘਰ ਦੇ ਜੀ? ਘਰ ਦੇ ਹਾਲਾਤ ਬਹੁਤ ਸਾਥੀ ਗਰੀਬ ਬੰਦੇ ਆ। ਕੋਈ ਹੱਥ ਨਹੀਂ, ਇੱਕ ਟਾਈਮ ਰੋਟੀ ਖਾ ਲਈ ਦੀ, ਇੱਕ ਟਾਈਮ ਉਦਾਂ ਸੌਂ ਜਾਈਦਾ ਹੈ। ਗੱਲ ਕੀ ਹੈ ਜੀ ਕਾਰਨ? ਗੱਲ ਇਹ ਹੋਈ ਹੈ ਕੋਈ ਅੱਜ ਇੱਕ ਦਿਨ ਮੈਨੂੰ ਘਰ ਦੀ ਇਲਾਜ ਕਰਾਉਣਾ ਪੈਂਦਾ। ਇੱਕ ਪਾਸੇ ਗੁੱਡੀ ਮੇਰੀ ਬਿਮਾਰ ਹੈ ਉਹਦਾ ਦਵਾਈ ਤੇ ਕਾ ਲਿਆਉਣਾ ਪੈਂਦਾ। ਕਦੀ ਕਿਸੇ ਕੋ 100 ਫੜ ਕੇ, ਕੋਈ 1000 ਫੜ ਕੇ, ਕੋਈ 500 ਫੜ। ਕੱਲ 2000 ਰੁਪਇਆ ਫੜ ਕੇ ਤੇ ਗੁੱਡੀ ਦੀ ਮੈਂ ਦਵਾਈ ਲੈਂਦੀ। ਉਹ 에어ਪੋਰਟ ਲੱਗੇ ਮੇਰਾ ਕੋਟ ਆ ਉੱਥੋਂ ਜਾ ਕੇ। ਕਦੋਂ ਦੇ ਇਸ ਤਰ੍ਹਾਂ ਨੇ? ਸਾਲ ਸਵਾ ਸਾਲ ਤੋਂ ਬੈਣ ਲੱਪੇ। ਉਦੋਂ ਦੇ ਇਸ ਤਰ੍ਹਾਂ ਇਲਾਜ ਕਰਾਉਂਦੇ? ਹਾਂਜੀ ਉਦੋਂ। ਕੰਮ ਕੀ ਕਰਦੇ ਤੁਸੀਂ? ਮੈਂ ਕੰਮ ਸਾਜੀ ਰਸ਼ਕਾ ਹੋਣਾ, ਕਦੀ 150 ਬਣ ਗਿਆ, ਕਦੀ 100 ਬਣ ਗਿਆ, ਕਦੀ 175 ਬਣ ਗਿਆ, 100 ਬਣ ਗਿਆ। ਬਸ ਇੰਨਾ ਕੀ ਕਰੀਏ ਫਿਰ। ਕੀ ਮੰਗ ਕੀ ਕਰਦੇ ਜੀ ਹੁਣ? ਮੰਗ ਇਹ ਹੈ ਸਾਡਾ ਕੋਈ ਗਰੀਬਾਂ ਦਾ ਸੋਚਿਆ ਜਾਵੇ ਤੇ ਬਾਹਰੋਂ ਪਲਾਚ ਪੈ ਬਣ ਜੇ ਲਾਟਰਿੰਗ। ਕੀ ਬਾਥਰੂਮ ਕੁਛ ਨਹੀਂ ਹੈਗਾ ਜੀ? ਕੱਖ ਵੀ ਨਹੀਂ ਹੈ ਜੀ। ਤੇ ਆ ਬੱਤੀ ਦਾ ਬਿੱਲ ਬੜਾ ਜਮਾ ਹੋਇਆ ਪਿਆ, ਉਹ ਵੀ ਮੇਰੇ ਤੋਂ ਤਾਰਿਆ ਜਾਂਦਾ। ਮੈਂ ਕੀ ਕਰਾਂ? ਉਹਨੇ ਕਿ ਮੈਂ ਕਮਾਉਣਾ, ਉਹਨੇ ਕੋ ਗੁੱਡੀ ਦੀ ਦਵਾਈ ਲੈ ਆਉਣਾ। ਮਹੀਨੇ ਬਾਅਦ ਮਸਾਂ ਜਾਂ 500 ਜਾਂ 700 ਜਾਂ 800 ਫਿਰ ਮੈਨੂੰ ਫੜ ਕੇ ਦੇ ਲਿਆਉਣੇ ਪੈਂਦੇ। ਅਗਲੇ ਨੇ ਬਹੁਤ ਤੂੰ ਪਿਛਲੇ ਪੈਸੇ ਮੁੜੇ ਨੂੰ ਗਾੜੀ ਕੀਤੀ ਕਿ ਪੈਸੇ। ਜ਼ਿਲ੍ਹਾ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿੱਚ ਸੰਕਲਪ ਸੁਸਾਇਟੀ ਰੂਪਨਗਰ ਦੇ ਵੱਲੋਂ ਸੈਂਟ ਜ਼ੇਵੀਅਰ ਸਕੂਲ ਦੇ ਵਿੱਚ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿਸਟਰ ਸ਼ਾਇਨੀ ਨੇ ਜਿੱਥੇ ਮਹਿਲਾਵਾਂ ਦੇ ਮਾਣ ਸਨਮਾਨ ਸੰਬੰਧੀ ਗੱਲ ਕੀਤੀ, ਉੱਥੇ ਹੀ ਅੱਜ ਦੇ ਦੌਰ ਵਿੱਚ ਮਹਿਲਾਵਾਂ ਦੇ ਮਾਰੇ ਜਾ ਰਹੇ ਹੱਕਾਂ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਵੱਖ-ਵੱਖ ਸੰਗਠਨਾਂ ਦੀਆਂ ਮਹਿਲਾਵਾਂ ਦੇ ਵੱਲੋਂ ਨਾਟਕ ਅਤੇ ਰੰਗਾਰੰਗ ਪ੍ਰੋਗਰਾਮ ਵੀ पेश किए गए। मैं सबसे पहले इस समारोह में उपस्थित सारे महिलाओं को और केवल इस समारोह में उपस्थित महिलाओं को नहीं, विश्व के सारे महिलाओं को शुभकामनाएं देती हूँ, अपना हार्दिक अभिनंदन देती हूँ। महिला दिवस हर साल मनाया जाता है, आप कैसे देखते हैं जो समाज में महिलाओं को मान सम्मान जो मिलना चाहिए वो मिल रहा है, या महिला का कितना जो देश में सम्मान हो रहा है, या उनको बनते जो हक कितने मिल रहे हैं? जी, महिलाओं के लिए बहुत सारे कानून बनाए गए हैं। महिलाओं को और बेटियों को देखभाल करने के लिए और उनका उन्नति के लिए बहुत सारे कानून और बहुत सारे योजनाएं बने हुए हैं, लेकिन ये सारे योजनाएं महिलाओं को नहीं मिलता है और उनका लाभ उठा नहीं पा रहा है। अब हमारे देश में देखें, और इतना भी राज्य है हमारा, केवल एक ही महिला चीफ मिनिस्टर है हमारा देश में। इसी से पता चलता है हमारा देश में महिला कहाँ है। तो क्या कारण क्या मानते हैं सिस्टर? कानून बने हुए हैं महिलाओं के लिए, उनके हक के लिए, लेकिन उन तक पहुंचते नहीं है। कौन जिम्मेवार है इसके लिए? सबसे पहले महिला अपने महत्व को पहचानना है और महिला को अपने अधिकार के लिए लड़ना चाहिए, और हमारा सोशल सिस्टम को बदलना चाहिए। हमारा सरकार की तरफ से भी ये सब सोचना चाहिए। ये जो भी योजना है महिलाओं को प्राप्त हो रहा है, और सब मिलके एक ये जुड़े हुए एक काम है
महिलाओं को ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾ ਰਿਹਾ, ਉੱਥੇ ਪੀੜਤ ਕਿਸਾਨ ਮੋਰਚੇ ਨੇ ਵੀ 25 ਮਾਰਚ ਨੂੰ ਰਾਜਪਾਲ ਨੂੰ ਮੰਗ ਪੱਤਰ ਦੇਣ ਦੀ ਗੱਲ ਕਹੀ ਹੈ। ਇਸ ਮੌਕੇ ਤੇ ਲੁਧਿਆਣਾ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਹੱਕ ਖੋਏ ਜਾ ਰਹੇ ਹਨ, ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ 25 ਮਾਰਚ ਨੂੰ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਕਿ ਲੋਕ ਅੱਜ ਆਪਦੇ ਹੱਕਾਂ ਦੀ ਖਾਤਰ ਕਿੰਨੇ ਅਵੇਅਰ ਨੇ, ਇਸ ਇਕੱਠ ਤੋਂ ਸਾਬਤ ਹੋ ਜਾਏਗਾ ਕਿ ਐਸਕੇਐਮ ਲੜ ਰਿਹਾ, ਪਹਿਲਾਂ ਵੀ ਲੜ ਰਿਹਾ ਸੀ ਤੇ ਐਸਕੇਐਮ ਅੱਜ ਵੀ ਲੜ ਰਿਹਾ, ਔਰ ਇਕੱਠ ਇੱਕ ਮਿਸਾਲ ਇਕੱਠ ਹੋਏਗਾ। ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਨਾ, ਇੱਕ ਇਹਨੂੰ ਐ ਨਹੀਂ ਮੰਨ ਲੈਣ ਦੀ ਲੋੜ ਕਿ ਅਸੀਂ ਇਹਨਾਂ ਜ਼ਿਲ੍ਹਿਆਂ 'ਤੇ ਜ਼ਿਆਦਾ ਜ਼ੋਰ ਹੈ। ਇਹਨਾਂ ਵਾਸਤੇ ਸਿਰਫ ਇਹ ਹੈ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਆਉਣਾ, ਇਹਨਾਂ ਨੇ ਉੱਥੋਂ ਰਾਸ਼ਨ ਵੀ ਲਿਆਉਣਾ, ਰੋਟੀ ਪਾਣੀ ਵੀ ਲੈ ਸਕਦੇ ਨੇ, ਲੇਕਿਨ ਇਕੱਠ ਪੂਰੇ ਪੰਜਾਬ ਤੇ ਹਰਿਆਣੇ ਦਾ ਹੋਏਗਾ। ਕੋਸ਼ਿਸ਼ ਹੋਏਗੀ ਹਰਿਆਣੇ ਵਾਲੇ ਨਾਲ ਮੀਟਿੰਗ ਕਰਾਂਗੇ, ਅਗਰ ਉਹ ਸਹਿਮਤ ਹੋ ਜਾਂਦੇ ਨੇ ਤਾਂ ਹਰਿਆਣੇ ਦਾ ਵੀ ਇਕੱਠ ਮਤਲਬ ਵੱਡੀ ਪੱਧਰ ਦੇ ਉੱਤੇ ਹੋਏਗਾ, ਔਰ ਦੋਨਾਂ ਹੀ ਗਵਰਨਰਾਂ ਨੂੰ ਮੰਗ ਪੱਤਰ ਦੇਣ ਦੇ ਸਾਡਾ ਮਤਲਬ ਪ੍ਰੋਗਰਾਮ ਹੈ। ਉਹ ਉਹਨਾਂ ਨਾਲ ਅਸੀਂ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ, ਜਿਸ ਤਰ੍ਹਾਂ ਦਾ ਉਹ ਕਰਦੇ ਨੇ ਉਹ ਅੱਗੇ ਮਤਲਬ ਪ੍ਰੋਗਰਾਮ ਹੋਣਾ ਹੈਗਾ। ਅਗਰ ਰੋਕਣ ਦੀ ਕੋਸ਼ਿਸ਼ ਕਰਨਗੇ ਉੱਥੇ ਗੁਰਦੁਆਰਾ ਸਾਹਿਬ ਦਾ ਰੋਕਣ ਦੀ ਕੋਸ਼ਿਸ਼ ਕਰਨਗੇ, ਦੇਖੋ ਜਿੱਥੇ ਵੀ ਸਾਨੂੰ ਕੋਈ ਰੋਕਦਾ ਹੈ ਇਹਦੇ 'ਚ ਬੜਾ ਸਪਸ਼ਟ ਹੈ ਜੀ ਅੱਜ ਦੀ ਮੀਟਿੰਗ ਦੇ ਵਿੱਚ ਕਿ ਮੰਗ ਪੱਤਰ ਤਾਂ ਅਸੀਂ ਦੇਣਾ ਹੈ। ਕੋਈ ਇਹ ਨਹੀਂ ਹੈ ਕਿ ਕੋਈ ਸਾਡੇ ਕੋਲੋਂ ਕੋਈ ਪੁਲਿਸ ਮੁਲਾਜ਼ਮ ਆ ਕੇ ਮੰਗ ਪੱਤਰ ਲੈ ਜੇ, ਇਹਦਾ ਮਤਲਬ ਨਹੀਂ ਹੈ। ਗਵਰਨਰ ਹਾਊਸ ਤੋਂ ਕੋਈ ਸਾਡੇ ਕੋਲੋਂ ਮੰਗ ਪੱਤਰ ਲੈਂਦਾ ਔਰ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਉੱਥੇ ਮਤਲਬ ਤੁਹਾਡਾ ਮੰਗ ਪੱਤਰ ਜਾਏਗਾ, ਔਰ ਨਾਲ ਇਹ ਵੀ ਗੱਲ ਹੋਏਗੀ ਕਿ ਉਸ ਦਿਨ ਅਸੀਂ ਅਗਲਾ ਵੀ ਮਤਲਬ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਗਲਾ ਵੀ ਪ੍ਰੋਗਰਾਮ ਅਨਾਉਂਸ ਹੋ ਸਕਦਾ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਾਮ ਪਰ ਪਿੰਡ ਟੋਡਰਵਲ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਮੁਖਤਿਆਰ ਸਿੰਘ ਟੋਡਰਵਲ ਅਤੇ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਹਾਲ ਅਤੇ ਇੱਕ ਡਿਊਟੀ ਦਾ ਉਦਘਾਟਨ ਧਾਰਮਿਕ ਸਮਾਗਮ ਨਾਲ ਕੀਤਾ ਗਿਆ। ਉਕਤ ਡਿਊਟੀ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਬੁੱਤ ਉਂਝ ਲਗਾਇਆ ਗਿਆ ਹੈ, ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ। 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅੱਜ ਦੇ ਦਿਨ 6 ਮਾਰਚ 1982 ਨੂੰ ਆਪਣੇ ਜਥੇ ਸਮੇਤ ਇੱਥੋਂ ਦੀਆਂ ਸੰਗਤਾਂ, ਨਗਰ ਨਿਵਾਸੀ ਸੰਗਤਾਂ ਦੇ ਕਹਿਣ 'ਤੇ ਇੱਥੇ ਪਹੁੰਚੇ ਸੀ, ਔਰ ਇਸ ਨਗਰ ਦੇ ਹੀ ਬਚਪਨ ਤੋਂ ਲੈ ਕੇ ਬਾਬਾ ਮੁਖਤਿਆਰ ਸਿੰਘ ਜੀ ਦਮਦਮੀ ਟਕਸਾਲ 'ਚ ਰਹਿ ਕੇ ਬੜੀ ਸੇਵਾ ਕਰਦੇ ਰਹੇ। ਸੰਤ ਬਾਬਾ ਕਰਤਾਰ ਸਿੰਘ ਜੀ ਨਾਲ ਰਹੇ, ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਰਹੇ, ਬਾਬਾ ਠਾਕੁਰ ਸਿੰਘ ਜੀ ਨਾਲ ਅੱਜ ਵੀ ਦਮਦਮੀ ਟਕਸਾਲ ਦੀਆਂ ਸੇਵਾਵਾਂ ਵਿਦੇਸ਼ਾਂ ਵਿੱਚ ਨਿਭਾ ਰਹੇ ਨੇ। ਉਹਨਾਂ ਦਾ ਨਗਰ ਹੈ ਅਤੇ ਉਹਨਾਂ ਨੇ ਉਪਰਾਲਾ ਕੀਤਾ ਇਹ ਲੰਗਰ ਹਾਲ ਦਾ ਅਤੇ ਇਸੇ ਤਰ੍ਹਾਂ ਇਸ ਡਿਊਟੀ ਦਾ ਅੱਜ ਉਦਘਾਟਨ ਕਰਨ ਵਾਸਤੇ ਸਾਰੇ ਇੱਥੇ ਦਮਦਮੀ ਟਕਸਾਲ ਬਾਬਾ ਦਾਦੂਵਾਲ ਜੀ ਸਾਰੇ ਇੱਥੇ ਪਹੁੰਚੇ हैं जी। ਔਰ ਮਹਾਂਪੁਰਖਾਂ ਨੇ ਇੱਥੇ ਜੋ 5-6 ਦਿਨ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਆਏ ਸੀ, ਉਸ ਦਿਨ ਨੂੰ ਹੀ ਨਗਰ ਨਿਵਾਸੀਆਂ ਨੇ ਬਾਬਾ ਮੁਖਤਿਆਰ ਸਿੰਘ ਜੀ ਨੂੰ ਯਾਦਗਾਰ ਨੂੰ ਤਾਜ਼ਾ ਕਰਨ ਵਾਸਤੇ ਅੱਜ 6 ਮਾਰਚ ਦਾ ਪ੍ਰੋਗਰਾਮ ਇੱਥੋਂ ਲਿਖਿਆ। ਬੜਾ ਭਾਰੀ ਸੰਗਤਾਂ 'ਚ ਨੌਜਵਾਨਾਂ 'ਚ ਉਤਸ਼ਾਹ ਹੈ। ਸਤਿਗੁਰੂ ਕਿਰਪਾ ਕਰੇ, ਕੌਮ ਦੀ ਚੜ੍ਹਦੀ ਕਲਾ ਹੋਵੇ ਜੀ। ਯੂਕਰੇਨ ਵਿੱਚ ਪੜਨ ਵਾਲੇ ਅੱਜ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ, ਜਿੱਥੇ ਪਰਿਵਾਰਕ ਮੈਂਬਰਾਂ ਨੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਖਾਸ ਮੌਕੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਨੇ ਐਗਜ਼ਿਟ ਪੋਲ ਬਾਰੇ ਕੋਈ ਟਿੱਪਣੀ ਨਾ ਕੀਤੀ। ਉਹਨਾਂ ਕਿਹਾ ਕਿ ਸਾਨੂੰ 10 ਮਾਰਚ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪ੍ਰੋਬਲਮਸ ਆਈਆਂ ਕਿਉਂਕਿ ਮੈਂ ਵੀ ਰੇਲਵੇ ਸਟੇਸ਼ਨ ਤੇ ਹੀ, ਉਹਨਾਂ ਨੇ ਪਹਿਲਾਂ ਕਿਹਾ ਕਿ ਯੂਕਰੇਨੀਅਨਸ ਨੂੰ ਜਾਣ ਦਿੱਤਾ ਜਾਏ ਅੰਦਰ, ਬਟ ਫਿਰ ਅਚਾਨਕ ਉਹਨਾਂ ਨੇ ਕਿਸੇ ਨੂੰ ਵੀ ਅੰਦਰ ਨਹੀਂ ਕੱਢਿਆ ਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ। ਦੇ ਨਾਲ ਬਹੁਤ ਬਦਸਲੂਕੀ ਹੋਈ ਹੈ, ਤੁਹਾਨੂੰ ਪਤਾ ਲੱਗਾ ਸੀ ਇਹ ਧੱਕਾ ਮੁੱਕੀ ਬਹੁਤ ਹੋਈ ਸੀ ਤੇ ਉਹ ਸਿਰਫ ਇੰਡੀਅਨ ਕੁੜੀਆਂ ਨਾਲ ਨਹੀਂ, ਸਾਰੇ ਅਫਰੀਕਨ ਵਗੈਰਾ ਜਿਹੜੇ ਵੀ ਹੈਗੇ ਸੀ ਸਾਰਿਆਂ ਨਾਲ ਹੋਈ ਸੀ। ਜਦ ਬੱਸ 'ਚ ਬਿਠਾ ਕੇ ਰੁਮਾਨੀਆ ਬਾਰਡਰ ਤੇ ਲਿਆਇਆ ਗਿਆ, ਕਿੰਨਾ ਟਾਈਮ ਲੱਗਾ ਤੁਹਾਨੂੰ ਉਹਦੇ ਵਿੱਚ? 2 ਦਿਨ ਤੋਂ ਜ਼ਿਆਦਾ ਲੱਗੇ ਤੇ ਉਹਦੇ ਰਸਤੇ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਾਂ ਤੁਹਾਨੂੰ? ਚੈਕਿੰਗ ਬਹੁਤ ਹੋਈ, ਬਹੁਤ ਵਾਰੀ ਸਾਨੂੰ ਲੱਗਾ ਕਿ ਸ਼ਾਇਦ ਵਾਪਸ ਭੇਜ ਦੇਣ, ਕਿਉਂਕਿ ਰਸ਼ੀਅਨ ਮਿਲਟਰੀ ਤੇ ਯੂਕਰੇਨੀਅਨ ਮਿਲਟਰੀ ਦੋਨੋਂ ਹੈਗੀਆਂ ਸੀ ਤੇ ਬਸ ਰਿਸਕ ਆਪਣਾ ਲਿੱਤਾ ਆਪਾਂ। ਕੀ ਦੇਖ ਕੇ ਤੁਹਾਨੂੰ ਛੱਡ ਦਿੰਦੇ ਸੀ, ਜਾਣ ਦਿੰਦੇ ਸੀਗੇ? ਅਸੀਂ ਇੱਕ ਆਪਣਾ ਮੋਬਾਈਲ ਤੇ ਸਕਰੀਨ ਸੇਵਰ ਲਾਇਆ ਸੀ ਕਿ ਆਪਾਂ ਇੰਡੀਅਨ ਹੈਗੇ, ਇੰਡੀਅਨ ਫਲੈਗ ਲਾਇਆ ਹੋਇਆ ਸੀ ਤੇ ਤਾਂ ਸਾਨੂੰ ਜਾਣ ਦਿੱਤਾ ਗਿਆ। ਜਿਹੜੇ ਬੱਚੇ ਹਾਲੇ ਵੀ ਉੱਥੇ ਆ, ਉਹਨਾਂ ਦੇ ਲਈ ਕੀ ਕਹੋਗੇ? ਮੈਂ ਚਾਹੁੰਦੀ ਹਾਂ ਸਰਕਾਰ ਫਟਾਫਟ ਛੇਤੀ ਕੁਛ ਕਰੇ, ਕਿਉਂਕਿ ਸੁੰਮੀ ਵਿੱਚ ਜਿਹੜੇ ਮੇਰੇ ਫਰੈਂਡਸ ਹੈਗੇ ਆ ਉਹਨਾਂ ਦੇ ਕੋਲ ਫੂਡ, ਵਾਟਰ ਸਪਲਾਈ ਸਭ ਖਤਮ ਹੋ ਚੁੱਕੇ ਆ। ਉਹ ਸਨੋ ਨੂੰ ਪਿਘਲਾ ਕੇ ਪੀ ਰਹੇ ਨੇ ਕਿਉਂਕਿ ਉਹਨਾਂ ਕੋਲ ਪਾਣੀ ਤੱਕ ਨਹੀਂ ਹੈਗਾ।
ਤੁਸੀਂ ਕਿਹੜੇ ਸ਼ਹਿਰ ਵਿੱਚ ਆਏ ਹੋ? ਖਾਰਕੇ ਵਿੱਚ ਆਈ ਹਾਂ। ਕਿੰਨੇ ਔਖੇ ਦਿਨ ਬਿਤਾਉਣੇ ਪਏ ਉੱਥੇ ਤੁਹਾਨੂੰ? ਮੈਨੂੰ 12 ਦਿਨ ਤੇ ਹੈਗੇ। ਲਾਈਫ ਕਿੰਨੀ ਟਫ ਸੀ ਜਦੋਂ ਇਹ ਵਾਰ ਸ਼ੁਰੂ ਹੋਈ? ਮੈਂ 5th ਈਅਰ ਵਿੱਚ ਹੈਗੀ ਤੇ ਇਸ ਤੋਂ ਪਹਿਲਾਂ ਮੈਂ ਕਦੀ ਸੋਚਿਆ ਨਹੀਂ ਮੈਂ ਇਦਾਂ ਗੁਜ਼ਾਰੂੰਗੀ, ਬਟ ਇੱਕਦਮ ਹੀ ਸਭ ਬਦਲ ਗਿਆ। ਖੁਸ਼ੀ ਹੋ ਰਹੀ ਹੈ ਮਿਲ ਕੇ, ਘਰਦਿਆਂ ਨਾਲ ਮਿਲ ਕੇ। ਉੱਥੇ ਬਹੁਤ ਖਰਾਬ ਸੀ ਕੰਮ, ਗੋਲੀਆਂ ਸਾਹਮਣੇ ਚੱਲ ਰਹੀਆਂ ਸੀ, ਬੰਬ ਡਿੱਗਦੇ ਸੀ 50-50 ਮੀਟਰ ਦੀ ਦੂਰੀ ਤੇ ਸਾਰੇ ਬੱਚੇ ਫਿਰ ਰੋਂਦੇ ਸੀਗੇ, ਘਰਦਿਆਂ ਨੂੰ ਯਾਦ ਕਰਦੇ ਸੀਗੇ। ਹੁਣ ਖੁਸ਼ੀ ਹੋ ਰਹੀ, ਘਰਦਿਆਂ ਨੂੰ ਮਿਲੇ ਆ। ਪਰਿਵਾਰ ਦੇ ਨਾਲ ਲਗਾਤਾਰ ਗੱਲਬਾਤ ਹੁੰਦੀ ਹੋਏਗੀ, ਉਸ ਵੇਲੇ ਕੀ ਹਾਲਾਤ ਸੀ ਪਰਿਵਾਰ ਦੇ ਵਿੱਚ, ਕਿੰਨੀ ਚਿੰਤਾ ਸੀ ਔਰ ਤੁਹਾਨੂੰ ਕਿੰਨਾ ਕੁ ਉੱਤੇ ਡਰ ਲੱਗ ਰਿਹਾ ਸੀ? ਹਾਂਜੀ, ਪਰਿਵਾਰ 'ਚ ਚਿੰਤਾ ਸੀਗੀ, ਸਾਰੇ ਰੋਂਦੇ ਸੀ, ਘਰ ਵੀ ਯਾਦ ਕਰਦੇ ਸੀਗੇ, ਕਹਿੰਦੇ ਸੀਗੇ ਕਿ ਆ ਜਾਓ ਛੇਤੀ। ਅਸੀਂ ਤੇ ਟਿਕਟਾਂ ਵੀ ਪਹਿਲੇ ਬੁੱਕ ਕਰਾਈਆਂ ਸੀਗੀਆਂ, ਪਰ ਹੁਣ ਕੀ ਪਤਾ ਸੀ ਕਿ ਕਦੋਂ ਬੰਬ ਡਿੱਗ ਪੈਣਾ। ਜਦੋਂ ਬੰਬ ਡਿੱਗਾ ਤਾਂ ਫਿਰ 에ਅਰਪੋਰਟ ਉਹਨਾਂ ਨੇ ਤਬਾਹ ਕਰਤਾ ਤੇ ਫਿਰ ਸਾਡੀ ਸਾਰੀਆਂ ਫਲਾਈਟਾਂ ਕੈਂਸਲ ਹੋ ਗਈਆਂ ਬੱਚਿਆਂ ਦੀਆਂ। ਤੇ ਸਰਕਾਰ ਦੀ ਕਿੱਦਾਂ ਦੀ ਮਦਦ ਰਹੀ ਸਰਕਾਰ ਦੀ? ਸਰਕਾਰ ਨੇ ਵਾਧੂ ਮਦਦ ਕਰਾਈ ਆ, ਭਾਰਤੀ ਬੱਚਿਆਂ ਨੂੰ ਕੱਢਣ ਨੂੰ ਵਾਧੂ ਭਾਰਤੀ ਕੱਢੇ ਉੱਥੋਂ। ਤੇ ਜਦੋਂ ਅਸੀਂ ਰੁਮੇਨੀਆ ਬਾਰਡਰ ਪਹੁੰਚੇ ਤੇ ਫਿਰ ਅੱਗੇ ਸਾਰਾ ਸਰਕਾਰ ਨੇ ਸੰਭਾਲਿਆ ਸਾਨੂੰ। ਖਾਰਕਿਵ ਦੇ ਵਿੱਚ ਸੀ? ਹਾਂਜੀ, ਖਾਰਕਿਵ ਦੇ ਵਿੱਚ ਸੀਗੇ। ਪੜ੍ਹਾਈ ਦੇ ਲਈ ਗਏ ਸੀ? ਹਾਂਜੀ, ਪੜ੍ਹਾਈ ਮੈਡੀਸਿਨ ਦੀ ਪੜ੍ਹਾਈ। ਬਿਲਕੁਲ, ਤਾਂ ਡਾਕਟਰੀ ਦੀ ਪੜ੍ਹਾਈ ਦੇ ਲਈ। ਅੱਛਾ, ਮੈਂ ਸਮਝਦਾ ਇਹ ਬੱਚੀਆਂ ਪਹੁੰਚ ਗਈਆਂ, ਇਹਨਾਂ ਦੇ ਪਰਿਵਾਰਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ। ਬਾਕੀ ਵੀ ਜਿਹੜੇ ਬੱਚੇ ਫਸੇ ਆ ਸਾਡੇ, ਜਿਹੜੇ ਸੁਮੀ ਸ਼ਹਿਰ 'ਚ, ਸੁਮੀ ਯੂਨੀਵਰਸਿਟੀ 'ਚ ਫਸੇ ਆ, ਬਾਕੀ ਜਿਹੜੇ ਵੀ ਇੱਕ ਬੱਚਾ ਆਪਣਾ ਘਰੇ ਪਹੁੰਚਣਾ ਚਾਹੀਦਾ। ਸਰਕਾਰ ਕੋਸ਼ਿਸ਼ ਕਰ ਰਹੀ ਹੈ। ਅੱਜ ਵੀ ਪਤਾ ਲੱਗਿਆ ਪ੍ਰਧਾਨ ਮੰਤਰੀ ਦੀ ਗੱਲ ਹੋਈ ਹੈ ਉੱਥੇ ਰਸ਼ੀਆ ਪ੍ਰੈਜ਼ੀਡੈਂਟ ਪੁਤਿਨ ਜੀ ਨਾਲ। ਮੈਂ ਸਮਝਦਾ ਜਿੰਨਾ ਛੇਤੀ ਸਿਵਿਲੀਅਨ ਸਾਰੇ ਉੱਥੋਂ ਬਾਹਰ ਨਿਕਲ ਆਉਣ, ਬਹੁਤ ਮੈਂ ਸਮਝਦਾ ਇਹਨਾਂ ਦਾ, ਸਿਵਿਲੀਅਨ ਸਾਰਿਆਂ ਦਾ ਇਸ ਯੁੱਧ ਦੇ ਅੰਦਰ ਕੋਈ ਨੁਕਸਾਨ ਨਾ ਹੋਵੇ, ਇਸੇ ਗੱਲ ਦੀ ਵਾਹਿਗੁਰੂ ਤੋਂ ਸਾਰੇ ਅਰਦਾਸ ਕਰਦੇ। ਹੋਰ ਹਲੇ ਫਸੇ ਹੋਏ ਨੇ ਜੇਕਰ ਐਗਜ਼ੈਕਟ ਅੰਦਾਜ਼ਿਆਂ ਨਾਲ ਨਹੀਂ, ਐਗਜ਼ੈਕਟ ਨੰਬਰ ਗਵਰਨਮੈਂਟ ਆਫ ਇੰਡੀਆ ਕੋਲ ਹੁਣ ਤਾਂ ਸਾਰੀ ਫਿਗਰਸ ਆ ਗਈਆਂ। ਹੁਣ ਤਕਰੀਬਨ 20,000 ਜਿਹੜੇ ਕਹਿ ਰਹੇ ਸੀ, ਜਿਨ੍ਹਾਂ ਤੋਂ 12-13,000 ਵਾਪਸ ਆ ਚੁੱਕੇ। ਐਗਜ਼ੈਕਟ ਫਿਗਰ ਇਸ ਲੜਾਈ ਦੇ ਮਾਹੌਲ 'ਚ ਗੈਸ ਕਰਨਾ ਮੈਂ ਸਮਝਦਾ ਠੀਕ ਨਹੀਂ ਹੋਣਾ, ਬਟ ਆਈ ਬਿਲੀਵ ਐਫਰਟਸ ਆਰ ਔਨ ਤੇ ਇਹਨਾਂ ਸਾਰੇ ਉਪਰਾਲਿਆਂ ਦਾ ਅੱਛਾ ਨਤੀਜਾ ਆਵੇ। ਮੈਂ ਬੱਚਿਆਂ ਨੂੰ ਮੁਬਾਰਕਬਾਦ ਦੇਣਾ। ਤੇ ਬੱਚੀ ਸਾਡੇ ਐਤਕੀ ਹੁਣੇ ਇਸ ਫਸਟ ਈਅਰ 'ਚ ਆਈ ਕਿ ਫਸਟ ਈਅਰ ਦੇ ਅੰਦਰ ਹੀ ਜਾਂਦੇ ਨੂੰ ਆ ਵਕਤ ਪੈ ਗਿਆ। ਪੰਜਾਬ 'ਚ ਨਾਜਾਇਜ਼ ਮਾਈਨਿੰਗ ਹਾਲੇ ਵੀ ਜਾਰੀ ਹੈ। ਗੱਲ ਕਰਦੇ ਹਾਂ ਪਠਾਨਕੋਟ ਖੇਤਰ ਦੀ, ਜਿੱਥੇ ਚੱਕੀ ਦਰਿਆ ਵਿੱਚ ਨਾਜਾਇਜ਼ ਰੇਤੇ ਦੀ ਚੁਕਾਈ ਹੁੰਦੀ ਹੈ ਤੇ ਕੋਈ ਵੀ ਇਸ ਨੂੰ ਰੋਕਦਾ ਨਹੀਂ। ਪਰ ਅੱਜ ਪ੍ਰਸ਼ਾਸਨ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ 2 JCB ਮਸ਼ੀਨਾਂ ਤੇ 7 ਟਿੱਪਰਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ। ਅੱਜ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਕਰ ਯੂਨੀਅਨ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਯੂਨਾਈਟਿਡ ਫਰੰਟ ਦੇ ਗੁਰਪ੍ਰੀਤ ਸਿੰਘ ਨੇ ਆਪਣੇ ਪੇਪਰ ਦਾਖਲ ਕੀਤੇ। ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਤੇ ਉਹ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰੀਆਂ ਕਰਨਗੇ। ਇਸ ਵਾਰੀ ਸਾਈਕਲ ਚੋਣ ਨਿਸ਼ਾਨ ਦੇ ਉੱਤੇ ਯੂਨਾਈਟਿਡ ਫਰੰਟ ਵੱਲੋਂ ਪ੍ਰਧਾਨਗੀ ਦੀ ਚੋਣ ਲੜ ਰਹੇ ਹਾਂ ਤੇ ਇਸ ਵਾਰੀ ਜਿਹੜਾ ਹੁਣ ਚੋਣਾਂ ਦਾ ਅਖਾੜਾ ਵਾ ਉਹ ਭਖ ਚੁੱਕਿਆ। 16 ਮਾਰਚ ਨੂੰ ਸਾਡੀਆਂ EMPLOYEES ਯੂਨੀਅਨ ਦੀਆਂ ਜਿਹੜੀਆਂ ਕਿ 2 ਸਾਲ ਬਾਅਦ ਚੋਣਾਂ ਹੁੰਦੀਆਂ ਨੇ, ਉਹ 16 ਤਰੀਕ ਨੂੰ 16 ਮਾਰਚ ਨੂੰ ਹੋਣ ਜਾ ਰਹੀਆਂ ਨੇ, ਜਿਹਦੇ ਲਈ ਅਸੀਂ ਅੱਜ ਨੋਮੀਨੇਸ਼ਨ ਫਾਈਲ ਕਰਕੇ ਆਏ ਹਾਂ। 15 ਇਹਦੇ ਵਿੱਚ ਕੈਂਡੀਡੇਟ ਹੁੰਦੇ ਨੇ ਜੀ ਅਲੱਗ-ਅਲੱਗ ਅਹੁਦਿਆਂ ਦੇ ਉੱਤੇ, ਜਿਹਦੇ ਵਿੱਚ ਮੈਂ ਪ੍ਰਧਾਨਗੀ ਦੇ ਲਈ ਆਪਣਾ ਨੋਮੀਨੇਸ਼ਨ ਭਰਿਆ ਤੇ 14 ਮੇਰੀ ਟੀਮ ਦੇ ਵਿੱਚ ਮੈਂਬਰ ਹੋਰ ਨੇ, ਜਿਹੜਾ ਕਿ 11 ਵਜੇ ਤੱਕ ਦਾ ਟਾਈਮ ਸੀ ਤੇ ਅਸੀਂ ਨੋਮੀਨੇਸ਼ਨ ਹੁਣ ਭਰ ਕੇ ਆਏ ਹਾਂ। ਜਿਹੜੀ ਪਿਛਲੇ ਸਾਲ ਤੋਂ ਪਿਛਲੀ ਟਰਮ ਤੋਂ ਕਾਬਜ ਯੂਨੀਅਨ ਆ, ਉਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਬਹੁਤ ਘਾਣ ਕੀਤਾ। ਖਾਸ ਤੌਰ ਤੇ NPS ਵਾਲੇ ਜਿਹੜੇ ਮੇਰੇ ਮੁਲਾਜ਼ਮ ਨੇ, ਜਿਨ੍ਹਾਂ ਦੀ ਗਿਣਤੀ ਹੁਣ ਵੱਡੀ ਗਿਣਤੀ ਦੇ ਵਿੱਚ 400-500 ਦੇ ਕਰੀਬ ਸਾਡੇ ਮੁਲਾਜ਼ਮ ਨੇ, ਜਿਨ੍ਹਾਂ ਦੇ ਨਾਲ ਉਹਨਾਂ ਨੇ ਪਿਛਲੀਆਂ ਚੋਣਾਂ ਵੇਲੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਵਾਂਗੇ। ਪਰ ਉਹਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਤਾਂ ਕੀ ਲਾਗੂ ਕਰਾਉਣੀ ਸੀ, ਉਲਟਾ ਜਿਹੜਾ ਸਾਡਾ ਕੰਟਰੀਬਿਊਸ਼ਨ ਜਾਂਦਾ ਸੀ ਉਹ ਵੀ ਪਿਛਲੇ ਕਈ ਸਾਲਾਂ ਤੋਂ ਇੱਥੇ ਰੁਕਿਆ ਹੋਇਆ, ਜਿਹਦੇ ਕਰਕੇ ਸਾਡਾ ਹੁਣ ਜਿਹੜਾ ਅਕਾਊਂਟ ਆ ਉਹਦਾ ਪਤਾ ਨਹੀਂ ਸੈਟਲਮੈਂਟ ਕਿਵੇਂ ਹੋਣੀ ਆ। ਉਸ ਤੋਂ ਬਿਨਾਂ ਨਾ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਈ, ਇਹਦੇ ਬਿਨਾਂ ਜਿਹੜਾ ਕੰਟਰੀਬਿਊਸ਼ਨ ਆ EMPLOYER ਦਾ ਹੁੰਦਾ ਉਹ 14% ਚੱਲ ਰਿਹਾ ਸਰਕਾਰ ਦੇ ਵਿੱਚ, ਪਰ ਸਾਡਾ ਇੱਕ ਵਾਰੀ 14 ਹੋ ਕੇ ਫਿਰ ਦੁਬਾਰਾ 10% ਹੋਗਾ, ਜਿਹਦੇ 'ਤੇ ਇਹਨਾਂ ਨੇ ਕੋਈ ਪੈਰਾ ਨਹੀਂ ਦਿੱਤਾ। ਉਲਟਾ ਇਹਨਾਂ ਨੇ ਆਪਣੇ ਕੁਛ ਚਹੇਤਿਆਂ ਦੀਆਂ ਪ੍ਰਮੋਸ਼ਨਾਂ ਵੀ ਕਰਾਈਆਂ, ਬਦਲੀਆਂ ਵੀ ਕਰਾਈਆਂ। ਸਮੂਹ ਮੁਲਾਜ਼ਮ ਗਰੁੱਪ ਦਾ ਇੱਕ ਫਾਇਦਾ ਕਰਨ ਦੀ ਬਜਾਏ ਇਹਨਾਂ ਨੇ ਪਿਕ ਐਂਡ ਚੂਜ਼ ਦੀ ਪਾਲਿਸੀ ਖੇਡੀ ਆ। ਉਲਟਾ ਹੁਣ ਇਹ ਮੁਲਾਜ਼ਮਾਂ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਨੇ, ਉਹਨਾਂ 'ਤੇ ਦਬਾਅ ਪਾ ਰਹੇ ਨੇ ਵੀ ਜਿਹੜੇ ਮੁਲਾਜ਼ਮ ਨੂੰ ਆਪਣਾ ਸਾਥ ਦੇਣ ਦੇ ਲਈ ਫੋਨ ਕਰਨ ਰਹੇ ਨੇ ਜਾਂ ਹੋਰ ਅਲੱਗ-ਅਲੱਗ। ਜਲੰਧਰ ਦੇ DC ਦਫ਼ਤਰ ਦੇ ਬਾਹਰ ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਆਪਣੀਆਂ ਮੰਗਾਂ ਨੂੰ ਲੈ ਕੇ DC ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਦੇ ਮੁੱਖ ਬੁਲਾਰੇ ਕਸ਼ਮੀਰਾ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਭਾਖੜਾ ਡੈਮ ਦੀ ਹਿੱਸੇਦਾਰੀ ਪੰਜਾਬ ਤੋਂ ਖੋਈ ਜਾ ਰਹੀ ਹੈ, ਉਹ ਸਰਾਸਰ ਗਲਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਤੁਸੀਂ ਸਾਡੇ ਇਸ ਹੱਕਾਂ ਦੀ ਆਵਾਜ਼ ਨੂੰ ਹਮੇਸ਼ਾ ਸਾਡੀ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈ ਆ।
ਤੇ ਅੱਜ ਜੋ ਸਾਡੀ ਪੰਜਾਬ ਦੀ ਭਾਖੜਾ ਡੈਮ ਦੇ ਵਿੱਚੋਂ ਹਿੱਸੇਦਾਰੀ ਇਹ ਸਰਕਾਰ ਨੇ ਖਤਮ ਕਰਤੀ ਆ, ਮੋਦੀ ਸਰਕਾਰ ਨੇ। ਉਹਦੇ ਲਈ ਅਸੀਂ 26 ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਧਰਨਾ ਦੇਣ ਜਾ ਰਹੀਆਂ ਆ। ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣੇ ਨੇ। ਉਹਦੇ ਰੋਸ ਵਜੋਂ ਅਸੀਂ ਆਏ ਆ। ਜਦੋਂ ਇਹ ਭਾਖੜਾ ਡੈਮ ਬਣਿਆ ਪੰਜਾਬ ਦੀ ਧਰਤੀ ਤੇ, ਉਦੋਂ 2 ਮੈਂਬਰ ਲੱਗਦੇ ਸੀ, ਇੱਕ ਪੰਜਾਬ ਦਾ ਤੇ ਇੱਕ ਹਰਿਆਣੇ ਦਾ। ਇੱਕ ਵਾਰੀ ਉਹਨਾਂ ਦਾ ਲੱਗਦਾ ਸੀ, ਇੱਕ ਵਾਰੀ ਸਾਡਾ, ਇੱਕ ਬਿਜਲੀ ਤੇ ਲੱਗਦਾ, ਇੱਕ ਪਾਣੀ ਤੇ ਲੱਗਦਾ ਸੀਗਾ, ਤੇ ਦੋਨਾਂ ਦੇ ਮੈਂਬਰ ਲੱਗਦੇ। ਅੱਜ ਸਾਡੀ ਹਿੱਸੇਦਾਰੀ ਖਤਮ ਕਰਕੇ ਸਾਡੇ ਨਾਲ ਬਹੁਤ ਵੱਡਾ ਮਤਰੇਈ ਮਾਣਾ ਧਰੋ ਸਰਕਾਰ ਕਰ ਰਹੀ ਆ। ਜਿਵੇਂ ਸਰਕਾਰਾਂ, ਦੇਸ਼ ਦੀਆਂ ਸਰਕਾਰਾਂ ਪਬਲਿਕ ਦੀ ਮਾਂ ਹੁੰਦੀ ਆ, ਪਰ ਇਹ ਉਹ ਵਤੀਰਾ ਨਹੀਂ ਕਰ ਰਹੀ। ਇਹ ਸਾਡੇ ਨਾਲ ਇੱਕ ਬਦਲਾ ਲਊ ਭਾਵਨਾ ਦੀ ਨੀਤੀ ਦੇ ਨਾਲ ਚੱਲ ਰਹੀ ਆ। ਇਹ ਨੀਤੀ ਨੂੰ ਕਦੀ ਵੀ ਸਹਿਣ ਨਹੀਂ ਕਰਾਂਗੇ। ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੂਰੇ ਕਿਸਾਨ ਵੀਰ, ਪੰਜਾਬੀ ਵੀਰਾਂ ਨੂੰ ਕਹਿਣਾ ਚਾਹੁੰਦਾ, ਇਹ ਸਰਕਾਰ ਨਾਲ ਟੱਕਰ ਲੈਣ ਦੇ ਲਈ ਸਾਨੂੰ ਇੱਕਮੁੱਠ ਹੋਣਾ ਪੈਣਾ। ਸਾਨੂੰ ਰਵਾਇਤੀ ਪਾਰਟੀਆਂ ਅੱਜ ਮਗਰਮੱਛ ਦੇ ਅਥਰੂ ਬਹਾ ਰਹੀਆਂ ਨੇ। ਉਹਨਾਂ ਨੇ ਜਦੋਂ ਇਹ ਕਾਨੂੰਨ 19 ਦੇ ਵਿੱਚ ਉਧਰ ਸ਼ੁਰੂ ਕੀਤੇ ਸੀ ਨਹੀਂ ਬਣਾਉਣੇ, ਉਦੋਂ ਆਣ ਕੇ ਬਾਹਰ ਕਿਸੇ ਪੰਜਾਬ ਦੇ MP ਨੇ ਬਾਜ਼ ਨਹੀਂ ਚੱਕੀ। ਅੱਜ ਇਹ ਕਹਿ ਰਹੇ ਨੇ, ਤੇ ਦੂਜੇ ਪਾਸੇ ਜਿੱਦਣ ਇਲੈਕਸ਼ਨ ਹੋ ਗਈ ਆ ਪੰਜਾਬ ਦੇ ਵਿੱਚ, ਉਸ ਲਈ ਇਹ ਸਰਕਾਰ ਦੇ ਮਜੀਠੀਆ ਸਾਹਿਬ ਨੇ ਕਹਿਤਾ, ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਬਈ ਅਸੀਂ BJP ਨਾਲ ਸਮਝੌਤਾ ਕਰਾਂਗੇ, ਅਸੀਂ ਇਹ ਚੀਜ਼ਾਂ ਸਹਿਣ ਨਹੀਂ ਕਰਾਂਗੇ ਕਿਸੇ ਵੀ ਕੀਮਤ ਵਿੱਚ। ਇਹਨਾਂ ਨੂੰ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ। ਇਹਨਾਂ ਦੀਆਂ ਸੀਟਾਂ 10 ਤੋਂ 12 ਨਹੀਂ ਆਉਣੀਆਂ। ਦੇਖਿਓ ਤੁਸੀਂ ਪੰਜਾਬ ਦੇ ਲੋਕ ਇਹਨਾਂ ਦਾ ਕੀ ਹਾਲ ਕਰਨਗੇ। ਇਹ ਜਿਹੜੀਆਂ ਗਿੱਦੜ ਲੂੰਬੜ ਚਾਲਾਂ ਕਰ ਰਹੇ ਪੰਜਾਬ ਦੇ ਲੋਕਾਂ ਨਾਲ, ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀਆਂ ਕਦੀ ਵੀ। ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ। ਜਲ ਸਪਲਾਈ ਸੈਨੀਟੇਸ਼ਨ ਮਸਟ ਰੋਲ EMPLOYEES ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਕੈਂਡਲ ਦੀ ਪ੍ਰਧਾਨਗੀ ਹੇਠ ਸਬ ਡਿਵੀਜ਼ਨ ਨੰਬਰ 4 ਵਿੱਚ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਅਹਿਮ ਮੰਗਾਂ ਤੇ ਵਿਚਾਰ ਕੀਤੇ ਗਏ, ਜਿਸ ਵਿੱਚ ਮੰਗ ਕੀਤੀ ਗਈ ਕਿ ਮਹਿਕਮੇ ਦੇ ਮੰਡਲ ਨੰਬਰ 2 ਵਿੱਚ 6ਵੇਂ ਪੇ ਕਮਿਸ਼ਨ ਦਾ ਬਕਾਇਆ, ਜੋ ਕਿ 7ਵੇਂ ਮਹੀਨੇ ਤੇ ਰਹਿੰਦਾ, ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ। ਆਪਣੇ ਉਜਵਲ ਭਵਿੱਖ ਲਈ MBBS ਦੀ ਡਿਗਰੀ ਹਾਸਲ ਕਰਨ ਲਈ ਗਏ ਨਕੋਦਰ ਦੇ ਨਾਲ ਲੱਗਦੇ ਪਿੰਡ ਗਾਂਦਰਾ ਦੇ ਨੌਜਵਾਨ ਯੋਸ਼ੂਆ ਜੇਮਸ ਨੇ ਇੰਡੀਆ ਪਹੁੰਚ ਕੇ ਭਾਰਤ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਸ ਦੇ ਪਰਿਵਾਰ ਨੇ ਜੋਸ਼ੂਆ ਜੇਮਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ। ਯੂਕਰੇਨ ਵਿੱਚ ਰੂਸ ਵੱਲੋਂ ਹਮਲਾ ਕਰਨ ਤੋਂ ਬਾਅਦ ਯੂਕਰੇਨ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਵਿੱਚੋਂ ਗਏ MBBS ਕਰਨ ਗਏ ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਭਾਰਤ ਦੇ ਰਹਿਣ ਵਾਲੇ ਜੋ ਵਿਦਿਆਰਥੀ ਯੂਕਰੇਨ ਵਿੱਚ ਫਸ ਗਏ ਸਨ, ਉਹਨਾਂ ਵਿਦਿਆਰਥੀਆਂ ਵੱਲੋਂ ਭਾਰਤ ਨੂੰ ਅਪੀਲ ਕੀਤੀ ਗਈ ਸੀ ਕਿ ਉਹਨਾਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਇਸ ਦੇ ਤਹਿਤ ਹੀ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਟੈਕਨੋਲੋਜੀ ਦੇ ਦੌਰ ਵਿੱਚ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ, ਤਾਂ ਉੱਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲ ਖੜੀ ਕਰ ਦਿੰਦੀਆਂ ਹਨ। ਇਸੇ ਨਾਲ ਜੁੜਿਆ ਇੱਕ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਅਕਤੀ ਦੀ ਬਲੈਰੋ ਕਾਰ ਦਾ ਟੋਲ ਟੈਕਸ ਬਿਨਾਂ ਵਜ੍ਹਾ ਕੱਟ ਦਿੱਤਾ ਗਿਆ। ਦਰਅਸਲ ਜਲੰਧਰ ਦਾ ਰਹਿਣ ਵਾਲਾ ਨੌਜਵਾਨ ਦਾਅਵਾ ਕਰ ਰਿਹਾ ਹੈ ਕਿ 5 ਮਾਰਚ ਨੂੰ ਉਸ ਦੀ ਕਾਰ ਦਾ ਲਾਡੋਵਾਲ ਟੋਲ ਪਲਾਜ਼ਾ ਤੋਂ ਟੈਕਸ ਕੱਟਿਆ ਗਿਆ, ਜਦਕਿ ਉਹ ਆਪਣੀ ਕਾਰ ਲੈ ਕੇ ਉਸ ਤਰਫ ਗਿਆ ਹੀ ਨਹੀਂ ਸੀ। ਗੱਡੀ ਭਾਜੀ ਆਪਣੀ ਇੱਥੇ ਪਾਰਕਿੰਗ 'ਚ ਖੜੀ ਹੁੰਦੀ ਪਲਾਟ 'ਚ, ਤਾਂ ਆਪਣੇ ਤੋਂ CCTV ਕੈਮਰੇ ਦੀ ਫੁਟੇਜ ਵੀ ਹੈ, ਮਤਲਬ ਸਾਰਾ ਕੁਝ ਆਪਣੇ ਤੋਂ ਹੈਗੇ ਸਬੂਤ। ਕਿੰਨੇ ਵਜੇ ਦੀ ਗੱਲ ਹੈ ਪੈਸੇ ਕੱਟੇ ਹੋਏ? ਇਹ ਭਾਜੀ ਕੱਟੇ ਤਾਂ ਈਵਨਿੰਗ ਟਾਈਮ ਤੇ ਗਏ ਆ, ਤੇ ਆਪਾਂ ਨੂੰ ਮਤਲਬ ਅਗਲੇ ਦਿਨ ਮੈਸੇਜ ਆਇਆ। ਸ਼ਾਮ ਨੂੰ ਫਿਰ ਗੱਡੀ ਘਰ ਹੀ ਸੀ ਤੁਹਾਡੀ ਖੜੀ? ਗੱਡੀ ਭਾਜੀ ਘਰੇ ਸੀ। ਕਿਹੜੇ ਟੂਲ ਤੋਂ ਕੱਟਿਆ ਗਿਆ ਭਾਜੀ? ਲੁਧਿਆਣਾ ਟੂਲ, ਜਿਹੜਾ ਆਪਣੇ ਮੇਨ ਲਾਡੋ ਵਾਲੀ। ਯਾਨੀ ਕਿ ਸਾਡਾ ਉੱਥੋਂ ਹਫਤਾ ਹੋ ਗਿਆ, ਮਹੀਨਾ ਹੋ ਗਿਆ, ਸਾਡਾ ਕਿਹੜਾ ਕੋਈ ਨਹੀਂ ਲੱਗਾ ਉੱਥੋਂ ਦਾ। ਗਏ ਤੁਸੀਂ ਉੱਧਰ ਪਹਿਲਾਂ ਕਿਤੇ? ਨਹੀਂ ਭਾਜੀ, ਅਸੀਂ ਗਏ ਹੀ ਨਹੀਂ ਉੱਧਰ, ਮਤਲਬ ਕਾਫੀ ਟਾਈਮ ਹੋ ਗਿਆ ਉੱਧਰ ਦਾ ਗੇੜਾ ਹੀ ਨਹੀਂ ਲੱਗਾ। ਹਾਂਜੀ, ਪਹਿਲਾਂ ਵੀ ਕੋਈ ਇਦਾਂ ਦਾ ਮੈਸੇਜ ਆਇਆ? ਨਹੀਂ ਭਾਜੀ, ਇਹ ਫਸਟ ਟਾਈਮ ਹੀ ਆ। ਮਤਲਬ ਆਪਾਂ ਤੇ ਇਹ ਕਹਿੰਦੇ ਆ ਕਿ ਚਲੋ ਪੈਸੇ ਦਾ ਤਾਂ ਚਲੋ ਹੁੰਦਾ, ਤੇ ਇਹ ਆਪਣਾ ਮਤਲਬ ਖਰਾਬ ਹੁੰਦਾ ਬੰਦਾ ਇਹਦੇ ਨਾਲ, ਕਿਸੇ ਨਾਲ ਕੋਈ ਕੱਲ ਨੂੰ ਐਵੇਂ ਖਰਾਬ ਹੋਵੇਗਾ ਸਾਡੇ, ਨਹੀਂ ਤਾਂ ਕਿਸੇ ਹੋਰ ਦਾ ਹੋ ਸਕਦਾ। ਲਾਡੋਵਾਲ ਦੇ ਕੋਈ ਐਕਸੀਡੈਂਟ? ਹਾਂਜੀ, ਗੱਡੀ ਤਾਂ ਭਾਜੀ ਆਪਣੀ ਘਰੇ ਖੜੀ ਸੀ। ਤੇ ਫਾਸਟ ਟੈਗ ਨਕੋਦਰ ਦੀ ਯੂਥ ਵੈਲਫੇਅਰ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਨਕੋਦਰ ਦੇ ਸਿਵਲ ਹਸਪਤਾਲ ਵਿਖੇ SMO ਮੈਡਮ ਭੁਪਿੰਦਰ ਕੌਰ ਅਤੇ ਹਸਪਤਾਲ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਯੂਥ ਵੈਲਫੇਅਰ ਕਲੱਬ ਦੀ ਮੈਂਬਰ ਮੋਨਿਕਾ ਬੰਗੜ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਕਿਸੇ ਗੱਲ ਵਿੱਚ ਘੱਟ ਨਹੀਂ ਹਨ। ਹਰ ਇੱਕ ਖੇਤਰ ਵਿੱਚ ਮਹਿਲਾਵਾਂ ਨੇ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ। ਇਸ ਮੌਕੇ SMO ਮੈਡਮ ਹਾਂਜੀ ਮੈਮ ਅੱਜ ਮਹਿਲਾ ਦਿਵਸ ਦੇ ਸੰਬੰਧ ਵਿੱਚ ਤੁਸੀਂ ਅੱਜ ਇੱਥੇ ਪਹੁੰਚੇ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਮੋਨਿਕਾ ਬੰਗੜ ਹੈ। ਮੈਂ ਯੂਥ ਵੈਲਫੇਅਰ ਕਲੱਬ ਨਕੋਦਰ ਰਜਿਸਟਰ ਵੱਲੋਂ ਸਭ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈ ਦਿੰਦੀ ਹਾਂ। ਸੋ ਮੇਰਾ ਇੱਕ ਛੋਟਾ ਜਿਹਾ ਮੈਸੇਜ ਹੈ ਸਾਰਿਆਂ ਲਈ ਕਿ ਭਾਵੇਂ 8 ਮਾਰਚ ਇੰਟਰਨੈਸ਼ਨਲ ਵੂਮਨਸ ਡੇ ਹੈ, ਪਰ ਸਾਨੂੰ ਹਰ ਦਿਨ ਇਹੀ ਮੰਨ ਕੇ ਚੱਲਣਾ ਚਾਹੀਦਾ ਕਿ ਸਾਡਾ ਰੋਜ਼ ਇਹੀ ਦਿਨ ਹੈ। ਕਿਉਂਕਿ ਇੱਕ ਦਿਨ ਹੀ ਆਪਾਂ ਇਸਤਰੀ ਨੂੰ ਸਨਮਾਨ ਦੇਣ ਲਈ ਕਿਉਂ ਸੋਚੀਏ। ਜਿਹੜੀ ਇਸਤਰੀ ਹੈ, ਜਿਹੜੀ ਔਰਤ ਹੈ, ਔਰਤ ਤੋਂ ਬਿਨਾਂ ਜਿਹੜਾ ਅਗਲਾ ਵੰਸ਼ ਨਹੀਂ ਚੱਲ ਸਕਦਾ।
तो पहले जमाने होर सी कि औरतों ਨੂੰ एक सती प्रथा वाली सिस्टम है वो भी ਆਪਾਂ ਹੌਲੀ ਹੌਲੀ ਖਤਮ ਕੀਤਾ ਹੈ। ਸੇ ਅੱਜ ਦਾ ਜਿਹੜਾ ਜ਼ਮਾਨਾ ਹੈ ਉਹ ਮਾਡਰਨ ਹੋ ਰਿਹਾ ਆ, ਇਸਤਰੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਮਿਲ ਰਿਹਾ ਆ। ਸੋ ਮੈਂ ਸਾਰਿਆਂ ਨੂੰ ਇਹੀ ਕਹਿਣੀ ਗੁਜ਼ਾਰਿਸ਼ ਕਰਨਾ ਚਾਹਨੀ ਰਿਕੁਐਸਟ ਕਰਦੀ ਹਾਂ ਕਿ ਜਿਹੜਾ ਇੰਟਰਨੈਸ਼ਨਲ ਵੂਮਨਸ ਡੇ ਤੇ ਆਪਾਂ ਜਿਹਦਾ ਸਨਮਾਨ ਕਰਦੇ ਆ, ਸਭ ਨੂੰ ਰਿਗਾਰਡ ਦਿੰਦੇ ਆ, ਇਹੀ ਰਿਗਾਰਡ ਸਨਮਾਨ ਇੱਜ਼ਤ ਆਪਾਂ ਨੂੰ ਔਰਤਾਂ ਲਈ ਪ੍ਰਤੀ ਦਿਨ ਰੱਖਣੀ ਚਾਹੀਦੀ ਹੈ। ਕਿਉਂਕਿ ਦੇਖੋ ਔਰਤ ਤੋਂ ਬਿਨਾਂ ਜਿਹੜਾ ਘਰ ਨਹੀਂ ਚੱਲਦਾ ਹੈ। ਅੱਗੇ ਹੁੰਦਾ ਸੀ ਸਮਾਂ ਕਿ ਜਿਹੜੀਆਂ ਔਰਤਾਂ ਇੱਕ ਕਮਰੇ 'ਚ ਬੰਦ ਹੁੰਦੀਆਂ ਸੀ, ਅੱਜ ਚਾਹੇ ਹਰ ਫੀਲਡ ਦੇ ਵਿੱਚ ਜਿਹੜੀ ਔਰਤ ਹੈ ਮਰਦ ਦੇ ਨਾਲ ਬਰਾਬਰ ਦਾ ਦਰਜਾ ਰੱਖਦੀ ਹੈ। ਇੱਕ ਇਸਤਰੀ ਜਿਹੜੀ ਇੱਕ ਮਦਰ ਵੀ ਹੈ, ਇੱਕ ਭੈਣ ਵੀ ਹੈ, ਹਰ ਤਰ੍ਹਾਂ ਦਾ ਜਿਹੜਾ ਉਹ ਫਰਜ਼ ਬਖੂਬੀ ਨਿਭਾਉਂਦੀ ਹੈ। ਇੱਕ ਦਿਨ ਤੁਸੀਂ ਦੇਖ ਲਓ ਘਰ ਦੇ ਵਿੱਚ ਮਹਿਲਾ ਕਿਤੇ ਚਲੇ ਜਾਂਦੀ ਹੈ ਤੇ ਪੂਰਾ ਘਰ ਜਿਹੜਾ ਹੌਚ ਪੌਚ ਹੋ ਜਾਂਦਾ ਹੈ। ਸੋ ਸਭ ਨੂੰ ਇਹਨਾਂ ਦਾ ਰਿਗਾਰਡ ਕਰਨਾ ਚਾਹੀਦਾ ਹੈ, ਚਾਹੇ ਛੋਟੇ ਤੋਂ ਛੋਟਾ ਹਰ ਮਤਲਬ ਇਸਤਰੀ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ। ਉਹਨੂੰ ਹਮੇਸ਼ਾ ਹੀ ਜਿੱਦਾਂ ਆਪਣੇ ਸਿਸਟਮ ਐਜੂਕੇਸ਼ਨ ਸਿਸਟਮ ਹੈ ਗਰਲਸ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਅੱਗੇ ਜਾ ਕੇ ਜਿਹੜੀ ਅਵੇਅਰਨੈਸ ਆ ਹਰ ਚੀਜ਼ ਜਿਹੜੀ ਅੱਗੇ ਚਾਈਲਡ ਮੈਰਿਜ ਹੁੰਦੀ ਸੀ ਬੰਦ ਹੋਈ ਹੈ, ਬਹੁਤ ਅੱਛਾ ਹੈ ਕਿ ਆਪਣੇ ਆ ਰਹੀ ਹੈ ਅਵੇਅਰਨੈਸ ਆ ਰਹੀ ਹੈ। ਸੋ ਹਰ ਇੱਕ ਨੂੰ ਇੱਦਾਂ ਹੀ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਹਰ ਦਿਨ ਅਸੀਂ ਇੱਦਾਂ ਹੀ ਬੜੇ ਮਾਣ ਨਾਲ ਸਤਿਕਾਰ ਨਾਲ ਜੀ ਸਕੀਏ। ਥੈਂਕ ਯੂ ਸੋ ਮਚ। ਹਾਂਜੀ ਮੈਮ ਅੱਜ ਵੂਮਨ ਡੇ ਤੇ ਜਿਹੜਾ ਹੈਗਾ ਤੁਹਾਨੂੰ ਵੀ ਸਨਮਾਨਿਤ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇੰਟਰਨੈਸ਼ਨਲ ਵੂਮਨਸ ਡੇ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ। ਇਹ ਜਿਹੜੇ ਡੇਜ਼ ਅਲੱਗ-ਅਲੱਗ ਨੇ ਬੇਸਿਕਲੀ ਸੈਲੀਬ੍ਰੇਟ ਕਰਨ ਲਈ ਨੇ, ਸਾਨੂੰ ਅਵੇਅਰ ਕਰਨ ਲਈ ਨੇ ਤਾਂ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਅਵੇਅਰ ਹੋਈਏ ਕਿ ਜਿਹੜੇ ਔਰਤ ਦੇ ਹੱਕ ਨੇ ਜਿਹੜੇ ਉਹ ਮਰਦ ਦੇ ਬਰਾਬਰ ਨੇ। ਉਹ ਔਰਤ ਤੇ ਮਰਦ ਦੋਨੋਂ ਇੱਕ ਦੂਸਰੇ ਦੇ ਪੂਰਕ ਨੇ। ਉਹੀ ਸਮਾਜ ਤਰੱਕੀ ਕਰ ਸਕਦਾ ਜਿਹਦੇ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ। ਪਹਿਲੇ ਟਾਈਮਸ ਨਾਲ ਬਹੁਤ ਟਾਈਮਸ ਚੇਂਜ ਹੋ ਗਏ ਨੇ, ਹੁਣ ਕਾਫੀ ਅਵੇਅਰਨੈਸ ਹੈ ਇਸ ਚੀਜ਼ ਬਾਰੇ, ਪਰ ਹਜੇ ਵੀ ਲੋਕਾਂ ਦੇ ਵਿਚਾਰਾਂ 'ਚ ਥੋੜੀ ਹੋਰ ਇੰਪਰੂਵਮੈਂਟ ਲਿਆਉਣ ਦੀ ਜ਼ਰੂਰਤ ਹੈ ਕਿ ਔਰਤ ਮਰਦ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਜੋ ਕੁਝ ਇੱਕ ਆਦਮੀ ਅਚੀਵ ਕਰ ਸਕਦਾ ਉਹ ਇੱਕ ਔਰਤ ਵੀ ਅਚੀਵ ਕਰ ਸਕਦੀ ਹੈ। ਜਦਕਿ ਮੈਂ ਫੀਲ ਕਰਦੀ ਹਾਂ ਕਿ ਔਰਤ ਨੂੰ ਉਸੇ ਅਚੀਵਮੈਂਟ ਲਈ ਸ਼ਾਇਦ ਥੋੜੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਕਿਉਂਕਿ ਬੇਸ਼ੱਕ ਤੁਸੀਂ ਕਿਸੇ ਵੀ ਰੈਂਕ ਤੇ ਪਹੁੰਚ ਜਾਓ, ਕਿਤੇ ਵੀ ਪਹੁੰਚ ਜਾਓ, ਅੱਜ ਵੀ ਐਕਸਪੈਕਟ ਕੀਤਾ ਜਾਂਦਾ ਕਿ ਘਰ ਜਾ ਕੇ ਔਰਤ ਨੇ ਹੀ ਸੰਭਾਲਣਾ, ਔਰਤ ਨੇ ਹੀ ਦੇਖਣਾ। ਈਵਨ ਸਾਡੀਆਂ ਫੈਮਲੀਜ਼ ਦੇ ਵਿੱਚ ਇਹੀ ਹੁੰਦਾ ਕਿ ਅਸੀਂ ਐਕਸਪੈਕਟਡ ਹੈ ਘਰ 'ਚ ਰਸੋਈ ਦਾ ਸਾਰਾ ਕੁਝ, ਉਹ ਚੀਜ਼ਾਂ ਤੁਸੀਂ ਦੇਖਣੀਆਂ ਨੇ। ਉਹ ਚੀਜ਼ਾਂ ਸਾਨੂੰ ਆਪਣੇ ਬੇਟਿਆਂ ਦੇ ਵਿੱਚ, ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਬੇਟੇ ਨੂੰ ਪਾਲਦੀ ਹੈ, ਤਾਂ ਉਹ ਚੀਜ਼ ਮਾਂ ਨੂੰ ਬਚਪਨ ਤੋਂ ਆਪਣੇ ਬੇਟੇ 'ਚ ਵੀ ਲਿਆਉਣੀ ਪਏਗੀ ਕਿ ਉਹਨਾਂ ਨੇ ਘਰ ਦੇ ਕੰਮ ਨੂੰ ਛੋਟਾ ਨਹੀਂ ਸਮਝਣਾ। ਸੋ ਇਹ ਨਹੀਂ ਕਿ ਜਿਹੜੇ ਸਾਰੇ ਮਰਦਾਂ ਵਾਲੇ ਕੰਮ ਅੱਜ ਔਰਤ ਕਰ ਸਕਦੀ ਹੈ, ਔਰਤ ਵਾਲੇ ਕੰਮ ਵੀ ਮਰਦ ਨੂੰ ਕਰਨੇ ਚਾਹੀਦੇ ਹੈ, ਨਹੀਂ ਤਾਂ ਔਰਤਾਂ ਤੇ ਡਬਲ ਬਰਡਨ ਹੋ ਜਾਂਦਾ ਹੈ। ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।